आसा इकत पत्तर पर उरकट कुरकट, इकत पत्तर पर पानी, आस पास पंच जोगिया बैठे, बीच नकट दे रानी। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਕਹਿੰਦੇ ਆ ਕਿ ਜਿਹੜੇ ਮਾਇਆ ਜਿਨ੍ਹਾਂ ਦੇ ਉੱਤੇ ਪ੍ਰਭਾਵ ਪਾਉਂਦੀ ਆ ਉਹ ਕੀ ਕਰਦੇ ਆ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ ਇਹਨਾਂ ਦੇ ਅਧੀਨ ਜਿਹੜੇ ਹੁੰਦੇ ਆ ਜਿਹੜੇ ਇਨਸਾਨ, ਕਹਿੰਦੇ ਉਹ ਖਾਣਾ ਪੀਣਾ ਇਕਤ ਪੱਤਰ ਪਰ ਉਰਕਟ ਕੁਰਕਟ, ਉਰਕਟ ਕਹਿੰਦੇ ਆ, ਕੁਰਕਟ ਕਹਿੰਦੇ ਆ ਕੁੱਕੜ ਚਿਕਨ, ਤੇ ਉਰਕਟ ਕਹਿੰਦੇ ਆ ਰਿੰਨਿਆ ਹੋਇਆ। ਇਕਤ ਪੱਤਰ ਪਰ ਪਾਣੀ, ਇੱਕ ਭਾਂਡੇ ਦੇ ਵਿੱਚ ਮਾਸ ਤੇ ਇੱਕ ਭਾਂਡੇ ਦੇ ਵਿੱਚ ਸ਼ਰਾਬ। ਇਕਤ ਪੱਤਰ ਇਸ ਤਰ੍ਹਾਂ ਇੰਜੋਏ ਕਰਦੇ ਆ। ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ, बीच नकट दे रानी। ਕਹਿੰਦੇ ਜਿਹੜੇ ਇਨਸਾਨ ਹੁੰਦੇ ਆ ਇਹ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਜੋਗੀ ਜਿਹੜੇ ਹੈਗੇ ਇਹਨਾਂ ਦੇ ਨੇੜੇ ਨੇੜੇ ਹੀ ਹੁੰਦੇ ਆ, ਔਰ ਇਹਨਾਂ ਦੇ ਵਿਚਾਲੇ ਜਿਹੜੇ ਹੈਗੇ ਆ ਉਹ ਮਾਇਆ ਜਿਹੜੀ ਆ ਰਾਣੀ ਹੈਗੀ ਆ, ਜਿਹੜੀ ਕੰਟਰੋਲਰ। ਇਸ ਤਰੀਕੇ ਦੇ ਨਾਲ ਉਹ ਜਿਹੜੀ ਹੈਗੀ ਆ ਲੋਕੀ ਜਿਹੜੇ ਹੈਗੇ ਮਾਇਆ ਦੇ ਵਿੱਚ ਜਿਹੜੇ ਹੈਗੇ ਮਾਇਆ ਆ ਖੁਰਾਕ ਦਿੰਦੀ ਆ। ਇਸ ਤਰ੍ਹਾਂ ਮਾਇਆ ਦੇ ਵਿੱਚ ਜਿਹੜਾ ਹੈਗਾ ਇਨਸਾਨ ਪੂਰੀ ਤਰ੍ਹਾਂ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਰਸਾਂ ਦੇ ਵਿੱਚ ਜਿਹੜਾ ਹੈਗਾ ਇੱਕਦਮ ਸੌਂ ਜਾਂਦਾ ਹੈ। ਨਕਟੀ ਕੋ ਠਨਗਨ ਬਾਡਾ ਡੂ, ਕਹਿੰਦੀ ਇਹਦੀ ਟਨਕਾਰ ਜਿਹੜੀ ਹੈਗੀ ਇਹਦੀ ਠਨਗਨ ਜਿਹੜੀ ਹੈਗੀ ਆ ਮਾਇਆ ਦੀ ਚਮਕ ਜਿਹੜੀ ਹੈਗੀ ਆ ਕਹਿੰਦੀ ਬਹੁਤ ਜ਼ਿਆਦਾ ਹੈਗੀ ਆ, ਬਾਡਾ ਡੂ ਬਹੁਤ ਵੱਡੀ ਹੈਗੀ। ਨਕਟੀ ਕੋ ਠਨਗਨ ਬਾਡਾ ਡੂ, ਕਿਨਹਿ ਵਿਵੇਕੀ ਕਾਟੀ ਤੂੰ ਰਹਾਓ। ਕੋਈ ਜਿਹੜਾ ਹੈਗਾ ਵਿਵੇਕੀ ਜਿਹੜਾ ਹੈਗਾ ਜਿਹਦੇ ਕੋਲ ਵਿਵੇਕ ਬੁੱਧੀ ਹੈਗੀ ਆ, ਜਿਹਦੇ ਕੋਲ ਬ੍ਰਹਮ ਗਿਆਨ ਹੈਗਾ ਆ, ਉਸ ਵਿਵੇਕੀ ਨੇ ਕਹਿੰਦੇ ਆ ਤੇਰੀ ਚਮਕ ਸਮਝ ਲਈ ਔਰ ਤੇਰਾ ਨੱਕ ਕੱਟ ਦਿੱਤਾ। ਨਕਟੀ ਕੋ ਠਨਗਨ ਬਾਡਾ ਡੂ, ਕਹਿੰਦੇ ਨਕਟੀ ਕਿਵੇਂ ਹੋ ਗਈ, ਕਹਿੰਦੇ ਕੋਈ ਜਿਹੜਾ ਵਿਵੇਕੀ ਹੈਗਾ ਉਹਨੇ ਨੱਕ ਹੀ ਕੱਟਤੀ ਇਹਦੀ। ਨਕਟੀ ਕੋ ਠਨਗਨ ਬਾਡਾ ਡੂ, ਕਿਨੇ ਵਿਵੇਕੀ ਕਾਟੀ ਤੂੰ ਰਹਾਓ। ਹਾਂਜੀ ਵੀਰ ਜੀ, ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਇਸ ਤਰ੍ਹਾਂ ਜਿਹੜੇ ਹੈਗੇ ਕੁੱਕੜ ਤੇ ਇਹ ਉਰਕਟ ਮਤਲਬ ਜਿਹੜਾ ਹੈਗਾ ਉਹਦਾ ਮਾਸ ਬਣਾਇਆ ਹੋਇਆ ਕੁੱਕੜ ਦਾ, ਤੇ ਦੂਜੇ ਪੱਤਰ ਦੇ ਵਿੱਚ ਜਿਹੜਾ ਦੂਸਰੇ ਭਾਂਡੇ ਦੇ ਵਿੱਚ ਸ਼ਰਾਬ। ਇਸ ਤਰੀਕੇ ਦੇ ਨਾਲ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਅਧੀਨ ਜਿਹੜੇ ਹੈਗੇ ਆ ਲੋਕੀ ਜਿਹੜੇ ਹੈਗੇ ਇਸ ਤਰ੍ਹਾਂ ਮਾਇਆ ਜਿਹੜੀ ਹੈਗੀ ਆ ਉਹਨਾਂ ਨੂੰ ਘੇਰ ਲੈਂਦੀ ਆ। ਆਸ ਪਾਸ ਪੰਚ ਜੋਗੀਆ ਬੈਠੇ, बीच नकट दे रानी। माया की पूरी ਜਿਹੜੀ ਆ ਉਹਨਾਂ ਦੇ ਉੱਤੇ ਪ੍ਰਭਾਵ ਹੁੰਦਾ ਹੈ। ਹਾਂਜੀ ਵੀਰ ਜੀ। ਸਾਧ ਸੰਗਤ ਜੀ, ਇਹ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਵਾ ਇਹਨਾਂ ਦੇ ਰਾਹੀਂ ਇਹ ਕੰਮ ਕਰਦੀ ਹੈ ਮਾਇਆ। ਉਹ ਚਾਹੇ ਖਾਣ ਵਾਲੀ ਚੀਜ਼ ਹੈ, ਚਾਹੇ ਪੀਣ ਵਾਲੀ ਚੀਜ਼ ਆ, ਇਹ ਚੀਜ਼ਾਂ ਵੀ ਦੇਖਿਆ ਜਾਵੇ ਤੇ ਸਾਡੇ ਸਰੀਰ ਨੂੰ ਵੀ ਥੋੜਾ ਜਿਹਾ ਸੈਂਸ ਵੀ ਖਤਮ ਕਰ ਦਿੰਦੀਆਂ। ਤੁਸੀਂ ਦੇਖੋਗੇ ਨਾ, ਆਮ ਆਦਮੀ ਜੇ ਕੋਈ ਸਧਾਰਨ ਬੰਦਾ ਹੋਵੇ ਨਾ, ਤੇ ਸੋਫੀ ਬੰਦਾ ਹੋਵੇ ਤੋਂ ਥਾਣੇ ਫੜਿਆ ਹੋਵੇ, ਕੋਈ ਗੱਲ ਨਹੀਂ, ਭਾਵੇਂ ਗਲਤੀ ਹੋਵੇ, ਪਰ ਜਦੋਂ ਕੋਈ ਬੰਦਾ ਸ਼ਰਾਬੀ ਉੱਥੇ ਵੇਖੋ ਜੇਲ੍ਹ 'ਚ ਜਾਂਦਾ ਹੈ, ਥਾਣੇ ਜਾਂਦਾ ਹੈ, ਉਹਨੂੰ ਦੂਜੇ ਲੋਕ ਭਾਵੇਂ ਉਹ ਬੰਦਾ ਸਹੀ ਆ, ਪਰ ਨਿੱਜਰ ਸਾਹਿਬ ਉਹਨੂੰ ਉਹਦੀ ਵੈਲਿਊ ਉਨੀ ਨਹੀਂ ਹੈਗੀ, ਨਹੀਂ ਹੁੰਦੀ, ਕਿਉਂਕਿ ਸੈਂਸ ਚ ਨਹੀਂ ਹੈਗਾ। ਕਹਿੰਦੇ ਉਹ ਅਗਲੇ ਇਹ ਸੋਚਦੇ ਆ ਕਿ ਜਿਹੜਾ ਬੰਦਾ ਸ਼ਰਾਬ ਪੀ ਲੈਂਦਾ ਉਹ ਬੰਦਾ ਨਿਕੰਮਾ। ਤੁਸੀਂ ਇੱਥੋਂ ਤੱਕ ਦੇਖੋ, ਇਹ ਜਦੋਂ ਆਪਾਂ ਕਾਰ ਡਰਾਈਵ ਕਰਦੇ ਆ ਤੇ ਵੇਖ ਲਓ, ਜੇ ਤੁਹਾਡੇ ਇੱਥੇ ਪੰਪ ਲਾਉਂਦੇ ਮੂੰਹ ਤੇ, ਜੇ ਮੰਨ ਲਓ ਕੋਲ ਆ ਗਈ ਤੇ ਉਹ ਕਹਿੰਦੇ ਆ ਕਿ ਇਹ ਬੰਦਾ ਜਿਹੜਾ ਹੈ ਬੰਦਾ ਇਹ ਡਰਾਈਵਿੰਗ ਦੇ ਲਾਇਕ ਨਹੀਂ ਹੈਗਾ। ਹਰਿੰਦਰ ਜੀ ਸੌਰੀ ਠੀਕ ਹੈ, ਹਾਂ। ਤੇ ਹੁਣ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਆਪਣੀ ਸੈਂਸ ਚ ਨਹੀਂ ਆਏਗਾ, ਤੇ ਜੇ ਜੀਵਨ ਨੂੰ ਆਪਾਂ ਉਸ ਚੀਜ਼ ਦੇ ਉੱਪਰ ਰੱਖ ਕੇ ਚਲਾਉਂਦੇ ਆ, ਆਪਾਂ ਮੰਨ ਲਓ ਕਿ ਉਸ ਚੀਜ਼ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਲੈਂਦੇ ਆ, ਤੇ ਆਪ ਜਸਟ ਦੇਖੋ ਕਿ ਤੁਹਾਡੀ ਜ਼ਿੰਦਗੀ ਕਿੱਧਰ ਜਾਏਗੀ। ਹੁਣ ਜੇਕਰ ਦੇਖਿਆ ਜਾਵੇ
ਜਿਹੜਾ ਚਰਨਜੀਤ ਕੱਲ ਸੀ, ਜੇਕਰ ਅੱਜ ਵੀ ਚਰਨਜੀਤ ਉਹੀ ਸੌਂ ਰਿਹਾ ਰਾਤ ਨੂੰ, ਤੇ ਚਰਨਜੀਤ ਨੂੰ ਆਪਣੇ ਆਪ ਤੇ ਸ਼ਰਮ ਹੋਣੀ ਚਾਹੀਦੀ, ਕਿਉਂਕਿ ਜੀਵਨ ਦਾ ਮਤਲਬ ਹੈ ਉਚਾਈ ਵੱਲ ਜਾਣਾ। ਹੁਣ ਆਪਾਂ ਬੱਚੇ ਨੂੰ ਸਕੂਲੇ ਭੇਜਿਆ, ਤੁਸੀਂ ਇੱਕ ਬੱਚੇ ਨੂੰ ਸਕੂਲੇ ਭੇਜਤਾ, ਹੁਣ ਆਪਾਂ ਹੋਰ ਸੌਖਾ ਕਰਦੇ, ਆਪਾਂ ਬੱਚੇ ਨੂੰ ਸਕੂਲੇ ਭੇਜਿਆ, 5-6 ਹਜ਼ਾਰ ਰੁਪਏ ਮਹੀਨੇ ਦੀ ਫੀਸ ਦਿੱਤੀ ਆ, ਤੇ ਬੱਚੇ ਨੇ ਰੋਜ਼ ਦਾ ਇੱਕ ਅੱਖਰ ਨਹੀਂ ਸਿੱਖਿਆ, ਤੇ ਮਹੀਨੇ ਬਾਅਦ ਕੀ ਸਿੱਖਿਆ ਉਹਨੇ? ਕੀ ਫਾਇਦਾ ਉਹਦਾ ਸਕੂਲ 'ਚ ਜਾਣ ਦਾ? ਕੀ ਫਾਇਦਾ ਉਹਦਾ ਯੂਨੀਫਾਰਮ ਪਾਉਣ ਦਾ? ਕੀ ਫਾਇਦਾ ਉਹਦਾ ਸਕੂਲ ਦੀ ਬੱਸ 'ਚ ਬਹਿ ਕੇ ਜਾਣ ਦਾ? ਕੀ ਫਾਇਦਾ ਉੱਥੇ 7-8 ਘੰਟੇ ਉੱਥੇ ਲਾਉਣ ਦਾ? ਭਾਵੇਂ ਸਕੂਲ ਕਿੱਡਾ ਮਰਜ਼ੀ ਵੱਡਾ ਹੋਵੇ, ਉਹਦੀ ਫੀਸ ਦਿੱਤੀ ਤੇ ਤਾਂ ਹੀ ਸਾਡੇ ਕੰਮ ਆਉਣੀ ਆ, ਜੇਕਰ ਉੱਥੋਂ ਗਿਆਨ ਨੂੰ ਹਾਸਲ ਕਰੇ, ਕੁਝ ਪ੍ਰਾਪਤ ਕਰਕੇ ਆਵੇ। ਬਿਲਕੁਲ। ਇੱਕ ਕੰਮ ਤੇ ਹੈ ਨਹੀਂ ਆ ਕਿ ਇੱਕ ਦਿਨ 'ਚ ਉਹਨੇ MBBS ਡਾਕਟਰ ਬਣ ਜਾਣਾ। ਉਹ ਤੇ ਥੋੜਾ ਗਿਆਨ ਇਕੱਠਾ ਕਰੂਗਾ ਤੇ ਫਿਰ ਉਹਦੇ ਕੋਲ ਇੰਨਾ ਭੰਡਾਰਾ ਹੋ ਜਾਣਾ, ਫਿਰ ਉਹ MBBS ਡਾਕਟਰ ਬਣ ਜਾਂਦਾ। ਅਧਿਆਤਮਿਕ ਵੀ ਹੈ, ਚਾਹੇ ਯਾਤਰਾ ਕਿਤੇ ਤੇ ਮੈਂ ਜੋ ਸਮਝ ਰਿਹਾ ਇਹ ਚੀਜ਼ਾਂ ਉਹੀ ਆ। ਜੇਕਰ ਆਪਾਂ ਭੋਗਾਂ ਵਿਲਾਸਾਂ 'ਚ ਗਵਾਚੇ ਆ, ਫਿਰ ਤੇ ਨਿੱਜਰ ਸਾਹਿਬ ਉਹ ਮਤਲਬ ਡਾਇਰੈਕਸ਼ਨ ਨੂੰ ਥੋੜਾ ਜਿਹਾ ਸਾਨੂੰ ਵੇਖਣ ਦੀ ਲੋੜ ਹੈ, ਚਾਹੇ ਥੋੜੇ ਰੂਪ 'ਚ ਹੈ, ਜ਼ਿਆਦਾ ਰੂਪ 'ਚ ਆ। ਹੁਣ ਕਈ ਬੰਦੇ ਵੇਖੋਗੇ ਨਾ ਤੁਸੀਂ ਨਿੱਜਰ ਸਾਹਿਬ, ਉਹਨਾਂ ਦਾ ਜੀਵਨ ਦਾ ਮਕਸਦ ਹੀ ਹੈ ਸ਼ਰਾਬ ਪੀਣਾ। ਬਿਲਕੁਲ। ਉਹਨਾਂ ਦੀ ਕੋਈ ਘਰ ਪਰਿਵਾਰ ਨਹੀਂ ਸੀ। ਉਹ ਕਹਿੰਦੇ ਆ ਮੈਂ ਦੁਖੀ ਆ, ਪਰ ਤੈਨੂੰ ਕਿਹੜਾ ਦੁੱਖ ਆ? ਕੋਈ ਦੁੱਖ ਨਹੀਂ, ਬਸ ਬਹਾਨਾ ਚਾਹੀਦਾ। ਔਰ ਉਹ ਵੇਖੋ, ਇਹ ਲੋਕ ਕੇਵਲ ਆਪਣੇ ਜੀਵਨ ਨੂੰ, ਆਪਣੀ ਸ਼ਰਾਬ ਨੂੰ ਲਾਈਕ ਕਰਦੇ ਨੇ। ਔਰ ਇੱਥੋਂ ਤੱਕ ਕਿ ਸਾਡਾ ਇੱਕ ਰਿਸ਼ਤੇਦਾਰ ਹੀ ਮੁੰਡਾ ਨਿੱਜਰ ਸਾਹਿਬ, ਹਾਂਜੀ, ਇੰਗਲੈਂਡ 'ਚ ਰਹਿੰਦਾ ਸੀ ਉਹ, ਤੇ ਉਹਦੀ ਵਾਈਫ ਨੇ ਉਹਨੂੰ ਕਿਹਾ ਕਿ ਬਈ ਤੂੰ ਇੰਨੇ ਸਾਲ 15-16 ਸਾਲ ਸ਼ਰਾਬ ਪੀ ਲਈ ਆ। ਕਿਉਂਕਿ ਗੋਰੀ ਸੀ ਉਹ, ਪੰਜਾਬਣ ਹੀ ਸੀ ਤੇ ਹੈ ਗੋਰੀ ਸੀ, ਉੱਥੋਂ ਦੀ ਬੋਰ ਨਹੀਂ। ਉਹ ਕਹਿੰਦੀ ਕਿ ਦੇਖ, ਜਾਂ ਤੇ ਇਹਨੂੰ ਛੱਡ ਦੇ ਜਾਂ ਫਿਰ ਮੈਨੂੰ ਛੱਡ ਦੇ। ਤੇ ਨਿੱਜਰ ਸਾਹਿਬ ਉਹਨੇ ਜਨਾਨੀ ਛੱਡਦੀ, ਨਾਲ ਮੁੰਡਾ ਛੱਡਤਾ ਜੋ 16-17 ਸਾਲ। ਮੁੜ ਕੇ ਫਿਰ ਉਹਨੇ ਵਿਆਹ ਕਰਾਇਆ, ਉਹ ਵੀ ਨਾ ਸੈੱਟ ਬੈਠੀ, ਫਿਰ ਵਿਆਹ ਕਰਾਇਆ। ਉਹ ਏਦਾਂ ਦੀ ਸੀ, ਉਹਨੇ ਰੋਕਿਆ ਹੀ ਨਾ ਇਹਨੂੰ। ਉਹ ਤੇ ਕਹਿੰਦੀ ਸੀ ਮਰ ਖੱਪ ਜਾਵੇ ਪੀਵੇ, ਉਹ ਆਪ ਲਿਆ ਕੇ ਦਿੰਦੀ ਸੀ ਉਹਨੂੰ। ਤੇ ਜਿਹੜਾ 10-12 ਸਾਲ ਕੱਢਣੇ ਉਹਦਾ 6-7 ਮਹੀਨੇ 'ਚ ਹੀ ਕੰਮ ਹੋ ਗਿਆ। ਤੇ ਉਹ ਜਦੋਂ ਕੰਮ ਹੋ ਗਿਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਸਮਾਂ ਕਿੱਦਾਂ ਦਾ। ਉੱਥੋਂ ਦਾ ਇੰਗਲੈਂਡ ਦਾ ਕਾਨੂੰਨ ਸੀ, ਘਰ ਘੁਰ ਦੀ ਮਾਲਕ ਉਹ ਬਣ ਗਈ, ਪੈਸੇ ਪੂਸੇ ਉਹਦੇ ਨਾਲ ਤੇ ਪਾਲਿਸੀ ਬੜੀ ਵੱਡੀ ਸੀ, ਉਹ ਵੀ ਉਹਨੂੰ ਮਿਲ ਗਏ। ਤੇ ਉਹਨੇ ਕੀ ਕਰਨਾ, ਉਹਨੇ ਫਿਰ ਨਵਾਂ ਲੈਣ ਦਾ ਹੋਣਾ। ਇੱਥੇ ਸਾਧ ਸੰਗਤ ਜੀ, ਜੇ ਤੁਹਾਨੂੰ ਕੋਈ ਐਸੇ ਕਰਮ ਕਰਨ ਤੋਂ, ਮਾੜੇ ਕਰਮ ਕਰਨ ਤੋਂ ਰੋਕਣ ਦੇ ਤੇ ਸਮਝ ਲਓ ਉਹ ਤੁਹਾਡੇ ਨਾਲ ਪਿਆਰ ਆ, ਉਹਨੂੰ ਤੁਹਾਡਾ ਦੁਸ਼ਮਣ ਨਹੀਂ ਹੈਗਾ। ਜੋ ਦੁਸ਼ਮਣ ਆ ਤੇ ਫਿਰ ਤੇ ਕਵੇ ਰਾਤ ਨੂੰ 3 ਵਜੇ ਆਓ, ਕੋਈ ਲੋੜ ਹੀ ਨਹੀਂ ਤੁਹਾਨੂੰ ਪੁੱਛਣ ਦੀ। ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਓ, ਤੁਹਾਡੇ ਬਾਰੇ ਕੋਈ ਇਨਕੁਆਇਰੀ ਨਾ ਕਰੇ ਤੇ ਸਮਝ ਲਓ ਕਿ ਉਹਦੇ ਨਾਲ ਤੁਹਾਡੇ ਨਾਲ ਉਹਦਾ ਕੋਈ ਪਿਆਰ ਨਹੀਂ। ਜੋ ਤੇ ਜੇ ਤੁਹਾਨੂੰ ਕੋਈ ਬਚਾਉਣਾ ਚਾਹੁੰਦਾ ਹੈ, ਤੁਹਾਨੂੰ ਕੋਈ ਮਾੜੇ ਕੰਮ ਤੋਂ ਰੋਕਦਾ, ਚਾਹੇ ਪਤਨੀ ਹੈ ਜਾਂ ਪਤੀ, ਨਿੱਜਰ ਸਾਹਿਬ, ਇਹਦਾ ਮਤਲਬ ਤੁਹਾਨੂੰ ਪਿਆਰ ਕਰਦਾ, ਉਹ ਤੁਹਾਡੀ ਕੇਅਰ ਕਰਦਾ। ਉਹ ਚਾਹੁੰਦਾ ਕਿ ਤੁਸੀਂ ਛਦਾਈ ਹੋ ਗਏ ਜੋ ਕਮ ਸੇ ਕਮ ਉਹਦਾ ਕਹਿਣਾ ਮੰਨ ਲਓ। ਜਾਂ ਤੁਹਾਡੇ ਭੈਣ ਭਰਾ ਜਾਂ ਤੁਹਾਡੇ ਰਿਸ਼ਤੇਦਾਰ ਜੇ ਤੁਹਾਨੂੰ ਕੋਈ ਸਮਝਾ ਰਿਹਾ ਨਾ, ਤੇ ਪਲੀਜ਼ ਉਹਦਾ ਧੰਨਵਾਦ ਕਰੋ। ਉਹ ਤੁਹਾਡੀ ਜ਼ਿੰਦਗੀ ਦੇ ਉਹ ਲੋਕ ਨੇ, ਚੰਦ ਲੋਕ। ਉਹ ਦੱਸਿਆ ਸੀ ਨਾ 3 ਲੋਕ। ਇੱਕ ਤੇ ਲੋਕ ਹੁੰਦੇ ਆ ਉਹ ਆਯੁਰਵੈਦਿਕ ਗੱਲਾਂ ਉੱਚੀਆਂ ਕਰਨੀਆਂ, ਕੰਮ ਹੀ ਨਹੀਂ ਬੰਦੇ ਨੂੰ ਆਉਣਾ। ਜਦੋਂ ਲੋੜ ਪੈਣੀ ਆ, ਹੁਣ ਕਿ ਕੋਈ ਸੱਟ ਪੇਟ ਲੱਗ ਗਈ, ਉੱਥੇ ਆਯੁਰਵੈਦਿਕ ਨੇ ਕਿੱਥੇ ਕੰਮ ਆਉਣਾ। ਉਸ ਤੋਂ ਬਾਅਦ ਫਿਰ ਕਹਿੰਦੇ ਐਲੋਪੈਥਿਕ, ਉਹ ਫਾਇਦਾ ਵੀ ਕਰਦੀ ਹੈ, ਨੁਕਸਾਨ ਵੀ ਕਰਦੀ ਹੈ। ਪਤਾ ਨਹੀਂ ਏਦਾਂ ਦੇ ਦੋਸਤ ਵੀ ਹੁੰਦੇ ਆ। ਪਰ ਇੱਕ ਹੋਮਿਓਪੈਥਿਕ ਜ਼ਿੰਦਗੀ 'ਚ ਹੈਗੇ ਆ, ਨਹੀਂ ਹੈਗੇ ਆ। ਜੇ ਹੈਗੇ ਆ ਤਾਂ ਕੋਈ ਫਾਇਦਾ ਨਹੀਂ ਆ, ਜੇ ਨਹੀਂ ਹੈਗੇ ਤਾਂ ਕੋਈ ਨੁਕਸਾਨ ਨਹੀਂ। ਹੈਗੇ ਜ਼ਰੂਰ ਆ। ਇਸੇ ਹੀ ਤਰ੍ਹਾਂ ਸਾਡੇ ਜੀਵਨ 'ਚ ਲੋਕ ਨੇ, ਔਰ ਜਿਹੜੇ ਤੁਹਾਡੇ ਵੈਲ ਵਿਸ਼ਰ ਨੇ, ਉਹ ਤੁਹਾਡੇ ਬੜੇ ਕਲੋਜ਼ ਨੇ, ਉਹ ਤੁਹਾਨੂੰ ਬਚਾਉਣਾ ਚਾਹੁੰਦੇ। ਬੰਦਾ ਪੁੱਛੇ ਮੇਰੀ ਸਿਹਤ ਠੀਕ ਹੋ ਜੂਗੀ ਤੇ ਉਹਨਾਂ ਨੂੰ ਕੀ ਮਿਲੂਗਾ? ਬਸ ਤੂੰ ਇਹੋ ਚਾਹੁੰਦੇ ਕਿ ਚਰਨਜੀਤ ਤੂੰ ਖੂਹ 'ਚ ਡਿੱਗਣ ਦਿਆ, ਕਮ ਸੇ ਕਮ ਸਾਡਾ ਕਹਿਣਾ ਮੰਨ, ਨਾ ਡਿੱਗ। ਤੇ ਬਸ ਇਹੋ ਹੀ ਆ। ਤੂੰ ਕੋਸ਼ਿਸ਼ ਕਰਿਆ ਕਰੋ, ਜੇ ਤੁਹਾਨੂੰ ਕੋਈ ਚੰਗੀ ਮੱਤ ਦਿੰਦਾ ਨਾ ਤੇ ਉਹਦੀ ਗੱਲ ਨੂੰ ਵਿਚਾਰ ਕਰਿਆ ਕਰੋ। ਪਰ ਸੰਗਤ ਜੀ, ਆਪਾਂ ਵਿਚਾਰ ਨਹੀਂ ਕਰਦੇ, ਆਪਾਂ ਤੇ ਗੱਲ ਪੈ ਜਾਂਦੇ ਆ ਅਗਲੇ ਦੇ ਕਿ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ, ਤੈਨੂੰ ਮੇਰੇ ਤੋਂ ਜ਼ਿਆਦਾ ਪਤਾ। ਪਰ ਕਹਿੰਦੇ ਜਿਹੜਾ ਸਿਆਣਾ ਕਾ ਹੁੰਦਾ ਨਾ, ਉਹ ਪਤਾ ਕਿੱਥੇ ਬਹਿੰਦਾ ਜੋ, ਉਹ ਗੰਦੀ ਜਗ੍ਹਾ ਤੇ ਬਹਿੰਦਾ ਜੋ। ਤੋ ਕਈ ਵਾਰੀ
ਜੇ ਕੋਈ ਕੰਮ ਦੀ ਗੱਲ ਕਰਦਾ ਤਾਂ ਪਲੀਜ਼ ਉਹਦੀ ਗੱਲ ਜ਼ਰੂਰ ਵਿਚਾਰੋ। ਤੇ ਇੱਥੇ ਆਪਾਂ ਨੂੰ ਬਾਣੀ ਇਹੋ ਸਮਝਾ ਰਹੀ ਆ ਕਿ ਮਾਇਆ ਦੇ ਕੋਲ ਚੀਜ਼ਾਂ ਨੇ, ਉਹ ਚੀਜ਼ਾਂ ਦੇ ਰਾਹੀਂ ਜੀਵ ਨੂੰ ਬੰਨ ਕੇ ਰੱਖਦੀ ਹੈ। ਚਲੋ ਖਾਣ ਪੀਣ ਦੀ ਕੋਈ ਇੱਕ ਅਲੱਗ ਚੀਜ਼ ਆ, ਪਰ ਜਦੋਂ ਜਿਹੜੀ ਚੀਜ਼ ਸਾਡੀ ਸੈਂਸ ਨੂੰ ਖਰਾਬ ਕਰੇ ਔਰ ਸਾਡੇ ਜੀਵਨ ਨੂੰ ਹੈਂਪਰ ਕਰੇ, ਉਸ ਚੀਜ਼ ਦੇ ਬਾਰੇ ਸਾਨੂੰ ਵਿਚਾਰ ਰੱਖਣੀ ਚਾਹੀਦੀ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀ। ਆਸ-ਪਾਸ ਪੰਚ ਜੋਗੀਆ ਬੈਠੇ ਵਿੱਚ ਨਕਟ ਦੇ ਰਾਣੀ, ਕਹਿੰਦੇ ਉਹਦੇ ਆਸ-ਪਾਸ ਜਿਹੜੇ ਹੈਗੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਮਾਇਆ ਦੇ ਕਰਿੰਦੇ ਹੈਗੇ ਭਾਈ, ਇਹਨਾਂ ਨੂੰ ਨਾਲ ਲਾ ਦਿੰਦੀ ਆ ਤੇ ਬੰਦਾ ਜਿਹੜਾ ਹੈਗਾ ਖਾਣ ਪੀਣ ਦੇ ਨਾਲ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮਾਇਆ ਦੇ ਅਧੀਨ ਹੋ ਜਾਂਦਾ ਹੈ। ਪਰ ਨਕਟੀ ਕੋ ਠਨਗਨ ਬਾਡਾੜੂ, ਇਹਦੀ ਠਨਕਾਰ ਬਹੁਤ ਹੈਗੀ ਆ। ਇਹ ਨਕਟੀ ਦੀ ਪਰ ਇਹਦੀ ਨੱਕ ਕੱਟੀ ਹੋਈ ਆ। ਕਿਨੇ ਵਿਵੇਕੀ ਕਾਟੀ ਤੂੰ, ਕਿਸੇ ਵਿਵੇਕੀ ਨੇ ਜਿਹੜਾ ਹੈਗਾ ਗਿਆਨਵਾਨ ਨੇ ਜਿਹੜਾ ਹੈਗਾ ਧਿਆਨ ਸਿਮਰਨ ਕਰਨ ਵਾਲੇ ਨੇ ਜਿਹੜਾ ਭਗਤੀ ਕਰਨ ਵਾਲੇ ਨੇ ਜਿਹੜਾ ਹੈਗਾ ਇਹਦੀ ਨੱਕ ਕੱਟਤੀ, ਉਹਦੇ ਤੇ ਪ੍ਰਭਾਵ ਨਹੀਂ ਪਾ ਸਕੀ। ਰਹਾਓ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਔਹੇਰੀ, ਕਹਿੰਦੇ ਨਕਟੀ ਦੀ ਜਿਹੜੀ ਹੈਗੀ ਪੈਠ ਜਿਹੜੀ ਹੈਗੀ ਆ ਇਹ ਕਹਿੰਦੇ ਸਾਰਿਆਂ ਦੇ ਹਰ ਜਗ੍ਹਾ ਤੇ ਪਹੁੰਚ ਜਾਂਦੀ ਹੈ। ਗੁਰਦੁਆਰਾ ਲੈ ਲਓ, ਮੰਦਰ ਲੈ ਲਓ, ਮਸਜਿਦ ਲੈ ਲਓ, ਹਰ ਜਗ੍ਹਾ ਤੇ ਇਹਦੀ ਜਿਹੜੀ ਹੈਗਾ ਵਾਸਾ ਹੈਗਾ। ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਔਹੇਰੀ, ਔਰ ਸਾਰਿਆਂ ਦੇ ਉੱਤੇ ਪ੍ਰਭਾਵ ਪਾ ਕੇ ਔਰ ਚੰਗੀ ਤਰ੍ਹਾਂ ਹੇਰਦੀ ਆ, ਦੇਖਦੀ ਆ ਵੀ ਬੰਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਬੇਹੋਸ਼ ਹੋਇਆ ਕਿ ਹਾਲੇ ਮਾੜੇ ਮੋਟੇ ਸਾਹ ਇਹਦੇ ਚੱਲਦੇ ਹੈਗੇ, ਤਾਂ ਮਾੜੀ ਮੋਟੀ ਇਹਦੇ ਅੰਦਰ ਚੇਤਨਾ ਹੈਗੀ ਆ, ਪੂਰੀ ਤਰ੍ਹਾਂ ਜਿਹੜਾ ਹੈਗਾ ਪੂਰੀ ਤਰ੍ਹਾਂ ਉਹਨੂੰ ਜਿਹੜਾ ਹੈਗਾ ਬੇਹੋਸ਼ ਕਰਦੀ ਆ। ਸਗਲਿਆਂ ਕੀ ਹੋ ਬਹਿਨ ਭਾਨ ਜੀ ਜਿਹਨੇ ਬਰੀ ਤਿਸ ਚੇਰੀ, ਕਹਿੰਦੇ ਨਕਟੀ ਜਿਹੜੀ ਹੈ ਸਾਰਿਆਂ ਦੀ ਰਿਸ਼ਤੇਦਾਰ ਨਹੀਂ ਹੈਗੀ, ਕਲੋਜ਼ ਰਿਸ਼ਤੇਦਾਰ ਨਹੀਂ ਹੈ। ਭੈਣ ਭਾਣ ਜੀ ਇੰਨੀ ਕਲੋਜ਼ ਹੈਗੀ ਸਾਰਿਆਂ ਦੇ। ਜਿਨੇ ਬਰੀ ਤਿਸ ਚੇਰੀ, ਜਿਨ੍ਹਾਂ ਨੇ ਨਕਟੀ ਦੀ ਨੱਕ ਕੱਟਤੀ ਆ ਉਹਨਾਂ ਨੇ ਵਰ ਲਿਆ ਇਹਨੂੰ, ਕਹਿੰਦੇ ਉਹਨਾਂ ਦੀ ਚੇਰੀ ਹੋ ਜਾਂਦੀ ਹੈ, ਫਿਰ ਉਹਨਾਂ ਦੀ ਨੌਕਰਾਨੀ ਹੋ ਜਾਂਦੀ ਹੈ। ਔਰ ਉਹਨਾਂ ਨੂੰ ਕੀ ਕਹਿੰਦੇ ਆ, ਹਮਰੋ ਭਰਤਾ ਬੜੋ ਵਿਵੇਕੀ ਆਪੇ ਸੰਤ ਕਹਾਵੇ, ਕਹਿੰਦੇ ਉਹ ਤਾਂ ਭਾਈ ਸੰਤ ਹੈਗੇ, ਭਾਈ ਮਹਾਂਪੁਰਖ ਹੈਗੇ ਆ, ਉਹ ਤਾਂ ਬ੍ਰਹਮ ਗਿਆਨੀ ਹੈਗੇ ਆ। ਹਮਰੋ ਭਰਤਾ ਕਹਿੰਦੇ ਪਤੀ, ਉਹ ਤਾਂ ਭਾਈ ਬੜੇ ਵਿਵੇਕੀ ਆ। ਨਕਟੀ ਕਹਿ ਰਹੀ ਹੈ ਹਮਰੋ ਭਰਤਾ ਬੜੋ ਵਿਵੇਕੀ ਆਪੇ ਸੰਤ ਕਹਾਵੇ, ਕਹਿੰਦਾ ਉਹ ਤਾਂ ਸੰਤ ਆ ਭਾਈ, ਉਹਦੇ ਅੱਗੇ ਤਾਂ ਮੈਂ ਹੱਥ ਜੋੜ ਕੇ ਖੜੀ ਹੋ ਜਾਂਦੀ। ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆਵੇ, ਕਹਿੰਦੇ ਉਹ ਤਾਂ ਮੇਰੇ ਮੱਥੇ ਦੇ ਉੱਤੇ ਪੂਰਾ ਕਾਇਮ ਆ ਭਾਈ, ਉਹਦੇ ਤਾਂ ਮੈਂ ਜਿਹੜਾ ਹੈਗਾ ਪੂਰਾ ਜਿਹੜੇ ਹੈਗੇ ਨਤਮਸਤਕ ਹੈਗੀ ਆ। ਔਰ ਹਮਰਾ ਨਿਕਟ ਨਾ ਆਵੇ, ਹੋਰ ਦੂਸਰੇ ਕਿਸੇ ਦੀ ਮਜਾ ਲਿਆ ਵੀ ਮੇਰੇ ਜਿਹੜੇ ਹੈਗੇ ਨੇੜੇ ਕੋਈ ਢੁੱਕ ਜੇ ਸਾਡੇ। ਹਾਂਜੀ ਵੀਰ ਜੀ। ਹਾਂਜੀ, ਹੁਣ ਇੱਥੇ ਨਾ ਉਹਨਾਂ ਨੇ ਬੜੀ ਨੁਕਤੇ ਦੀ ਗੱਲ ਸਮਝਾਈ ਹੈ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਜਿਹੜਾ ਸੰਤ ਹੈ ਨਾ ਉਹਦੇ ਲਾਗੇ ਨਹੀਂ ਜਾਂਦੀ। ਹਾਂ, ਕਿਉਂ ਨਹੀਂ ਜਾਂਦੀ? ਉਹ ਆਤਮਾ 'ਚ ਬੈਠਾ ਹੈ। ਆਤਮਾ 'ਚ ਇਹ ਜੜ ਪ੍ਰਕਿਰਤੀ ਥੋੜੀ ਜਾ ਸਕਦੀ ਹੈ, ਮਾਇਆ ਦਾ ਪ੍ਰਭਾਵ ਜੜ 'ਚ ਹੈ। ਹੁਣ ਇੱਥੇ ਪਤਾ ਕੀ ਕਰਦੇ ਆ ਆਪਾਂ, ਥੋੜਾ ਜਿਹਾ ਹੋਰ ਆਪਾਂ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਦਾਂ ਆਪਣੀਆਂ ਅੱਖਾਂ ਤੇ ਮੋਤੀਆ ਬਿੰਦ ਆ ਜਾਂਦਾ ਨਿੱਜਰ ਸਾਹਿਬ, ਅੱਖਾਂ ਤੇ ਉਹੀ ਆ, ਪਰ ਉਹ ਕੁਕਰਾ ਜਿਹਾ ਆ ਗਿਆ, ਉਹਦੇ ਨਾਲ ਕੀ ਹੋ ਗਿਆ ਕਿ ਸਾਡੀ ਜਿਹੜੀ ਨਜ਼ਰ ਧੁੰਦਲੀ ਹੋਣ ਡੈ ਪੈਂਦੀ। ਇਸੇ ਹੀ ਕਰਕੇ ਮਾਇਆ ਦੇ ਵਿੱਚ ਜਿਹੜੇ ਪੰਜ ਤੱਤ ਹੈਗੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਦਾਤੇ ਨੇ, ਚੇਲੇ ਨੇ, ਕੁਛ ਵੀ ਕਹਿ ਲਓ, ਇਹਦੇ ਜੋ ਵੀ ਭਗਤ ਹੈਗੇ ਆ। ਇਹ ਕੀ ਕਰਦੇ ਆ ਕਿ ਸਾਡੀਆਂ ਜਿਹੜੀ ਸਾਡੀ ਚੇਤਨਾ ਹੈ ਨਾ ਉਹਦੇ ਤੇ ਬਹਿ ਜਾਂਦੇ ਆ, ਸਾਡਾ ਵਿਵੇਕ ਖਤਮ ਕਰ ਦਿੰਦੇ ਆ। ਵਿਵੇਕ ਖਤਮ ਕਿਉਂ ਕਰ ਦਿੰਦੇ ਆ? ਹੁਣ ਤੁਸੀਂ ਦੇਖੋ, ਆ ਤੁਸੀਂ ਬਾਜ਼ਾਰ ਗਏ, ਉੱਥੇ ਤੁਹਾਨੂੰ ਕੋਈ ਚੀਜ਼ ਮਿਲਦੀ ਆ ਵੇਖਣ ਨੂੰ, ਤੇ ਤੁਸੀਂ ਮਹਿਸੂਸ ਕਰਦੇ ਜੋ ਚੀਜ਼ ਨੂੰ ਖਰੀਦਣਾ, ਔਰ ਉਹਨੂੰ ਖਰੀਦਣ ਦੇ ਲਈ ਤੁਸੀਂ ਕੋਈ ਵੀ ਕਰਮ ਕਰ ਸਕਦੇ। ਵਿਵੇਕ ਉੱਡ ਗਿਆ ਨਾ। ਚਾਹੇ ਤੁਸੀਂ ਰਸ ਆ ਭੋਗ ਨੂੰ ਕਰਨਾ, ਮੰਨ ਲਓ ਭੋਗ ਕਰਦੇ ਆ, ਤੁਸੀਂ ਵੇਖੋ ਕਿੰਨੀ ਦੁਨੀਆ, ਵਿਆਹ ਤੋਂ ਬਾਅਦ ਵੀ ਬੰਦਾ ਬਾਜ ਨਹੀਂ ਹੁੰਦਾ, ਕੀ ਕਰਦਾ ਫਿਰਦਾ ਉਹ? ਕਿੰਨੀ ਦੁਨੀਆ ਇਸ ਕੰਮ 'ਚ ਲੱਗੀ ਹੈ, ਪਰ ਉਹਦੇ ਲਈ ਕੀ ਹੈ? ਉਹ ਬੰਦਾ ਜਿਹੜਾ ਹੈ ਬਸ ਮਾਇਆ ਦਾ ਹੱਥ ਫੜ ਲਿਆ, ਉਹਨੂੰ ਇੱਕੋ ਚੀਜ਼ ਦਿਖਦੀ ਆ, ਉਹਨੂੰ ਆਪਣਾ ਹੀ ਦਿਖਾ ਦਿਆ ਵਾ, ਮੈਂ ਸੁੱਖ ਪ੍ਰਾਪਤ ਕਰਾਂ। ਨਿਜਰ ਸਾਹਿਬ, ਇਹਦੇ 'ਚ ਬੜੇ ਵੱਡੇ ਬੰਦੇ ਰਗੜੇ ਗਏ, ਔਰ ਇਹ ਕੀ ਕਾਰਨ ਆ?
ਕਿਉਂਕਿ ਮਾਇਆ ਫੜ ਲੈਂਦੀ ਹੈ। ਪਰ ਵਿਵੇਕ ਜਿਹੜਾ ਹੈ ਨਾ, ਵਿਵੇਕ ਕੀ ਹੈ? ਉਹ ਵਿਵੇਕ ਆਪਾਂ ਨੂੰ ਸੰਗਤ ਚ ਪ੍ਰਾਪਤ ਹੁੰਦਾ, ਗਿਆਨ ਮਿਲਦਾ। ਗਿਆਨ ਤੇ ਕਹਿੰਦਾ ਕਿ ਵੀ ਮਾੜਾ ਕੰਮ ਨਾ ਕਰੋ। ਬਾਣੀ ਕਹਿੰਦੀ ਐਸਾ ਕਰਮ ਮੂਲ ਨਾ ਕੀਏ ਫਿਰ ਅੰਤ ਪਛੋ ਚਾਹੀਏ। ਐਸਾ ਕਰਮ ਨਾ ਕਰ, ਕਿਉਂ ਪਛਤਾਵੇਂਗਾ? ਕਿਉਂਕਿ ਤੂੰ ਫਸ ਜਾਣਾ ਵਾ। ਇੱਕ ਤੇ ਨਿੱਜਰ ਸਾਹਿਬ ਮਰਨ ਤੋਂ ਬਾਅਦ ਇੱਕ ਹੈ ਨਾ ਗੱਲ, ਜਿਉਂਦੇ ਜੀ ਕਈ ਬੰਦੇ ਅੜਕੇ ਚ ਆ ਜਾਂਦੇ ਆ। ਬਿਲਕੁਲ। ਪ੍ਰਕਿਰਤੀ ਕੀ ਕਰਦੀ ਆ? ਬੇਸ਼ੱਕ ਇਨਸਾਨ ਨਿੱਜਰ ਸਾਹਿਬ ਭਾਵੇਂ ਕੋਈ ਮਾੜਾ ਕੰਮ ਕਰਦਾ ਨਾ, ਕੁਦਰਤ ਉਹਨੂੰ ਮਾੜਾ ਕਰਮ ਕਰਨ ਤੋਂ ਵੀ ਰੋਕਦੀ ਆ, ਉਹਨੂੰ ਫਸਾ ਦਿੰਦੀ ਆ। ਬਿਲਕੁਲ ਫਸਾ ਦਿੰਦੀ ਆ। ਇੱਕ ਤੇ ਨਿੱਜਰ ਸਾਹਿਬ, ਇੱਕ ਤੇ ਮਾਇਆ, ਮੈਂ ਮਾਇਆ ਦੇ ਦੋ ਰੂਪ ਵੇਖਣਾ ਵਾ। ਇੱਕ ਤੇ ਮਾਇਆ ਚਾਹੁੰਦੀ ਆ ਕਿ ਜੀਵ ਇੱਥੇ ਤੁਰਿਆ ਰਵੇ, ਪਰ ਕਈ ਵਾਰੀ ਬੰਦਾ ਅੰਤ ਕਰ ਦਿੰਦਾ ਨਾ ਨਿੱਜਰ ਸਾਹਿਬ, ਉਹਨੂੰ ਰਗੜ ਦਿੰਦੀ ਆ। ਬਿਲਕੁਲ। ਉਹਨੂੰ ਇੱਥੇ ਹੀ ਸਭ ਕੁਝ ਮਿਲ ਜਾਂਦਾ। ਫਿਰ ਉਹ ਬੰਦਾ ਫਿਰ ਪਤਾ ਕੀ ਵੇਂਦਾ ਭੂਤ ਵਾਂਗੂ ਖਲੋ ਕੇ, ਕੀ ਹੋਇਆ? ਪਰ ਜਦੋਂ ਉਹਨੂੰ ਦੁਨੀਆ ਸਮਝਾਉਂਦੀ ਉਹ ਨਹੀਂ ਸੁਣਦਾ ਕਿਸੇ ਦੀ ਗੱਲ। ਹੁਣ ਵੇਖੋ ਕਿੰਨੇ ਬੰਦੇ ਰਿਸ਼ਵਤਖੋਰ ਨੇ, ਮੁੜ ਕੇ ਫੜੇ ਜਾਂਦੇ ਨੇ ਉਹ ਲਾਲ ਨੋਟਾਂ ਦੇ ਨਾਲ, ਮੁੜ ਕੇ ਜੇਲ੍ਹਾਂ 'ਚ ਤੁਰੇ ਫਿਰਦੇ ਨੇ, ਨੌਕਰੀ ਵੀ ਖੋ ਗਈ, ਧੱਕੇ ਖਾਂਦੇ ਫਿਰਦੇ। ਮੁੜ ਕੇ ਅਗਲੇ ਉੱਥੇ ਤਬਾਦਲਾ ਕਰਦੇ ਆ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਤੁਰਿਆ ਫਿਰ। ਪਰ ਫੇਰ ਪਛਤਾਉਣ ਦਾ ਕੀ ਫਾਇਦਾ? ਇਹ ਆਪਾਂ ਨੂੰ ਦੇਖੀਏ ਧਰਮ ਦੇ ਵਿੱਚ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਆਪਣੇ ਜੀਵਨ ਦੇ ਤੇਰੇ ਫਰਜ਼ ਆ, ਤੂੰ ਉੱਥੋਂ ਨਾ ਭੱਜ। ਜਿੱਥੋਂ ਤੂੰ ਭੱਜਿਆ ਉਹ ਸਮਝ ਲੈ ਕਿ ਤੇਰਾ ਨੰਬਰ ਲੱਗ ਗਿਆ। ਇਹ ਸੱਚ ਹੈ ਸਾਧ ਸੰਗਤ ਜੀ। ਦੇਖੋ ਪਤਾ ਕੀ ਆ, ਇਹ ਜਿਹੜੇ ਜੈਨੀ ਨਾ, ਉਹ ਜੈਨੀ ਸ਼ਦਾਈ ਨਹੀਂ ਹੈਗੇ। ਇੱਕ ਪੈਰ ਸੋਚ ਕੇ ਰੱਖਦੇ ਆ। ਉਹਨਾਂ ਦੇ ਜਿਹੜੇ ਦਿਗੰਬਰ ਨੇ, ਮਤਲਬ ਨਹੀਂ ਕੀੜੀ ਥੱਲੇ ਆ ਕੇ ਮਰ ਜੂ, ਕੋਈ ਵੱਡੀ ਗੱਲ ਨਹੀਂ ਆ। ਉਹ ਤੇ ਮਰ ਜਾਣੀ, ਜੇ ਆ ਗਈ ਤਾਂ ਕੀ ਕਰ ਲਾਂਗੇ? ਹੁਣ ਕਈ ਜੀਵ ਤੇ ਸਾਨੂੰ ਦਿਖਦੇ ਵੀ ਨਹੀਂ, ਸਾਡੇ ਮੂੰਹ 'ਚ ਕਿੰਨੇ ਨੇ। ਪਰ ਕਹਿਣ ਤੋਂ ਭਾਵ ਇਹ ਆ ਕਿ ਉਹ ਜੀਵਨ ਨੂੰ ਇੰਨਾ ਸਮਝਦੇ ਨੇ, ਉਹ ਦਇਆ ਦਾ ਗੁਣ ਜਿਹੜਾ ਹੈ ਨਾ, ਦਇਆ ਦਾ ਗੁਣ ਆਪਣੇ ਅੰਦਰ ਰੱਖਦੇ ਆ, ਦਇਆ ਦਾ ਗੁਣ। ਹਾਂ ਚੱਲ ਜੋ ਮਰਜੀ ਹੈ ਨਿੱਜਰ ਸਾਹਿਬ, ਹੈ ਤੇ ਉਹ ਚੀਜ਼ ਉਹ ਵੈਲਿਊ ਤੇ ਕਰਦੇ ਨਾ ਕਿ ਇਹਦਾ ਛੋਟਾ ਜੀਵ ਹੈਗਾ ਤੇ ਮੇਰੇ ਲਈ ਪੂਰੀ ਵੈਲਿਊ ਆ। ਹਾਂ ਭਾਵੇਂ ਮਾਰਗ ਜੋ ਮਰਜੀ ਹੋ, ਬ੍ਰਹਮ ਗਿਆਨੀ ਬਣੇ ਨਾ ਬਣੇ, ਉਹ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ। ਪਰ ਆਪਾਂ ਇਹਨੂੰ ਚੀਜ਼ ਤੇ ਸਮਝੀਏ। ਪਰ ਆਪਾਂ ਜੇਕਰ ਆਪਾਂ ਕੀੜੀਆਂ ਨੂੰ ਤੇ ਛੱਡੂ, ਆਪਾਂ ਬੰਦਿਆਂ ਨੂੰ ਖਾ ਜਾਂਦੇ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਬੰਦਾ ਤੇ ਬੰਦੇ ਨੂੰ ਖਾ ਜਾਂਦਾ। ਉਹ ਉਹਨਾਂ ਦੀ ਨਜ਼ਰ ਤੇ ਕੀੜੀ ਦੀ ਵੈਲਿਊ ਬੜੀ ਆ। ਚਲੋ ਇੱਕ ਜਸਟ ਸਮਝਣ ਦੀ ਲੋੜ ਆ। ਹੁਣ ਇੱਥੇ ਕਹਿੰਦੇ ਕਿ ਜਿਹੜਾ ਸੰਤ ਆ, ਸੰਤ ਕੀ ਕਰਦਾ ਕਿ ਜਿੱਦਾਂ ਮੋਤੀਆਬਿੰਦ ਦਾ ਨਾ ਇਲਾਜ ਹੁੰਦਾ ਹੈ। ਹੁਣ ਤੁਸੀਂ ਮੋਤੀਆਬਿੰਦ ਦਾ ਇਲਾਜ ਕਰਾਓਗੇ ਨਾ, 4-5 ਹਜ਼ਾਰ ਰੁਪਇਆ ਲੱਗ ਜਾਂਦਾ ਹੈ। ਲੈਂਜ ਪੈਂਦਾ, ਉਹ ਚ ਵੀ ਲੈਂਜ 3-4 ਕਿਸਮ ਦੇ ਲੈਂਜ ਨੇ ਨਿੱਜਰ ਸਾਹਿਬ। ਖਰਚਾ ਕਰਨਾ ਪਊਗਾ, ਫ੍ਰੀ ਚ ਨਹੀਂ ਜੀ ਮਿਲਣਾ। ਹੁਣ ਆਪਾਂ ਵਧੀਆ ਵੇਖਣਾ ਚਾਹੁੰਦੇ ਆ, ਅੱਖਾਂ ਚਾਹੁੰਦੇ ਆ ਕਿ ਸਾਡਾ ਜਿਹੜਾ ਉਦਾਂ ਦੀ ਨਜ਼ਰ ਹੋ ਜਾਏ ਜਿੱਦਾਂ ਦੀ ਪਹਿਲਾਂ ਸੀ। ਕਿਉਂਕਿ ਹੁਣ ਤੇ ਭੋਗਾਂ ਦੇ ਕਰਕੇ ਮਨ ਮੈਲਾ ਹੋ ਗਿਆ ਵਾ। ਉਹਦੇ ਚ ਸਾਰਾ ਕੁਝ ਉਦਾਂ ਦਿਖਾਉਂਦੇ ਵਾ ਜਿੱਦਾਂ ਦੀ ਉਹਦੀ ਕਪੈਸਿਟੀ ਆ। ਤੇ ਹੁਣ ਜੇ ਆਪਾਂ ਚਾਹੁੰਦੇ ਆ ਜਿੱਦਾਂ ਮੋਤੀਆਬਿੰਦ ਤੋਂ ਬਿਨਾਂ ਆਪਾਂ ਦੇਖਣਾ ਚਾਹੁੰਦੇ ਆ, ਤੇ ਆਪਾਂ ਅੱਖਾਂ ਦਾ ਇਲਾਜ ਕਰਾਉਂਦੇ ਆ, ਉਹਦੀ ਬਣਦੀ ਕੀਮਤ ਦਿੰਦੇ ਆ। ਹਸਪੀਟਲ ਜਾਂਦੇ ਆ, ਉੱਥੇ ਜਾ ਕੇ ਕਹਿੰਦੇ ਵੀ ਸਾਡੇ ਟੈਸਟ ਕਰੋ ਤੇ ਸਾਨੂੰ ਆਹ ਲੈਂਜ ਜੋ ਇੰਨੇ ਕੁ ਪੈਸੇ ਸਾਡੇ ਕੋਲ ਗਏ, ਸਾਡੇ ਇਹ ਪੈਸਿਆਂ ਦੇ ਹਿਸਾਬ ਨਾਲ ਸਾਡਾ ਲੈਂਜ ਪਾ ਦਿਓ। ਅਗਲਾ ਕਹਿੰਦਾ ਬਈ ਇੰਨੀ ਤਰੀਕ ਨੂੰ ਆ ਜਾਓ, ਤੁਹਾਡਾ ਆਪਰੇਸ਼ਨ ਕਰਾਂਗੇ, ਨਾਲ ਇੱਕ ਬੰਦਾ ਲੈ ਆਵੇ। ਔਰ ਬੰਦਗੀ ਦੇ ਵਿੱਚ ਕੀ ਕਰ ਰਹੇ ਆ? ਕੰਮ ਉਹੀ ਆ। ਇੱਥੇ ਕੇਵਲ ਮਨ ਦਾ ਆਪਰੇਸ਼ਨ ਹੈ ਨਿੱਜਰ ਸਾਹਿਬ। ਪਰ ਮਨ ਦਾ ਆਪਰੇਸ਼ਨ ਕਿਹਦੇ ਨਾਲ ਕਰਨਾ? ਨਾਮ ਦੇ ਨਾਲ। ਉਹ ਨਾਮ ਜਿਹੜਾ ਸਾਡੇ ਅੰਦਰ ਆ, ਉਹਨੇ ਇਹਦਾ ਇਲਾਜ ਕਰਨਾ ਵਾ। ਕਿਉਂਕਿ ਇਹ ਅੰਦਰੋਂ ਆ ਸਾਰੇ ਗੜਬੜ, ਇਹ ਸੂਖਮ ਗੜਬੜ ਆ, ਚਿੱਤ ਦੇ ਵਿੱਚ ਗੜਬੜ ਆ। ਇਹਦੀ ਸ਼ੁੱਧੀਕਰਨ ਹੋਊਗਾ, ਫਿਰ ਇਹ ਨਹਾਊਗਾ। ਇਸ਼ਨਾਨ ਕਰ ਕਰਕੇ ਮਨ ਨੇ ਕੀ ਕਰਨਾ? ਆਪਣੀ ਮੈਲ ਨੂੰ ਉਤਾਰਨਾ। ਔਰ ਜਦੋਂ ਮੈਲ ਉਤਰਦੀ ਗਈ ਤੇ ਮਨ ਨੇ ਜਿਹੜਾ ਮਨ ਹੈ ਨਾ, ਮਨ ਨੇ ਛੋਟੇ ਹੁੰਦੇ ਜਾਣਾ। ਔਰ ਇੱਕ ਥੰਮਾ ਆਊਗਾ, ਮਨ ਨਸ਼ਟ ਹੋ ਜਾਏਗਾ। ਫਿਰ ਮਨ ਨਹੀਂ ਹੈਗਾ, ਤੁਹਾਡੀ ਇਕੱਲੀ ਸੁਰਤੀ ਬਚੇਗੀ। ਔਰ ਸੁਰਤੀ ਹੁੰਦੀ ਜੀਵ ਦੀ। ਜਦੋਂ ਸੁਰਤੀ ਤੁਹਾਡੀ ਸਵੈ ਵਿੱਚ ਅਸਤ ਹੋ ਗਈ, ਫਿਰ ਤੁਹਾਨੂੰ ਆਪਣੀ ਚਿੰਬੜ ਨਹੀਂ ਸਕਦਾ। ਕਿਉਂਕਿ ਅਗਿਆਨ ਨਹੀਂ ਨਾ ਹੈਗਾ ਨਿੱਜਰ ਸਾਹਿਬ। ਬਿਲਕੁਲ। ਹੁਣ ਜਦੋਂ ਮੇਰੀਆਂ ਅੱਖਾਂ ਖਰਾਬ ਆ, ਮੈਨੂੰ ਤਾਂ ਦੇਖਦਾ ਹੀ ਨਹੀਂ ਪਿਆ। ਮੈਂ ਹੁਣ ਮੇਰੀ ਮੰਨ ਲਓ ਅੱਖਾਂ 'ਚ ਮੋਤੀਆਬਿੰਦ ਆ ਗਿਆ ਤੇ ਮੈਨੂੰ ਤਾਂ ਦੇਖਦਾ ਹੀ ਨਹੀਂ ਪਿਆ। ਮੈਂ ਕਿਤੇ ਬੂਹੇ 'ਚ ਵੱਜਣਾ, ਕਿਤੇ ਬਾਰੀ 'ਚ ਵੱਜਣਾ, ਕਿਤੇ ਠੇਡਾ ਖਾਂਦੇ ਆ। ਤੇ ਜਦੋਂ ਮੇਰੀਆਂ ਅੱਖਾਂ ਠੀਕ ਹੋ ਗਈਆਂ, ਫਿਰ ਨਿੱਜਰ ਸਾਹਿਬ ਮੈਨੂੰ ਤੁਹਾਡੇ ਕੋਲ ਪੁੱਛਣ ਦੀ ਥੋੜੀ ਲੋੜ ਆ। ਬਿਲਕੁਲ। ਤੇ ਚੰਗੀ ਮਾੜੀ ਚੀਜ਼ ਮੈਂ ਖੁਦ ਵੇਖਾਂਗਾ, ਬੂਹਾ ਕਿੱਥੇ, ਬਾਰੀ ਕਿੱਥੇ ਆ, ਮੈਂ ਜ਼ਰੂਰੀ ਕੰਧ 'ਚ ਸ਼ੇਰ ਮਾਰੂੰਗਾ। ਇੱਥੇ ਬਾਣੀ ਦਾ ਮਤਲਬ ਇਹੋ ਹੀ ਆ ਕਿ ਜਦੋਂ ਤੂੰ ਆਪਣੇ ਆਪ ਦਾ ਇਲਾਜ ਕਰ ਲੇਗਾ, ਜਿੱਦਾਂ ਇਹ ਬ੍ਰਹਮ ਗਿਆਨੀ ਕਰ ਰਹੇ ਨੇ, ਸੰਤ ਕਰ ਰਹੇ ਨੇ, ਫਿਰ ਇਹ ਮਾਇਆ ਉਹਨਾਂ ਨੂੰ ਕੁਛ ਨਹੀਂ ਕਹਿੰਦੀ। ਕਿਉਂਕਿ ਉਹਨੇ ਇਲਾਜ ਕਰ ਲਿਆ, ਉਹਦਾ ਮੋਤੀਆਬਿੰਦ ਦਾ ਜਿਹੜਾ
ਭਰਮ ਸੀ ਦੂਰ ਹੋ ਗਿਆ, ਉਹਨੂੰ ਦਿਖਦਾ ਪਿਆ। ਹੁਣ ਜਦੋਂ ਚੀਜ਼ ਸਾਨੂੰ ਦਿਖਦੀ ਪਈ ਆ, ਠੱਗੀ ਆਪਾਂ ਉਦੋਂ ਖਾਂਦੇ ਆ ਜਦੋਂ ਸਾਨੂੰ ਪਤਾ ਨਹੀਂ ਹੁੰਦਾ, ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ। ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਸਾਹਮਣੇ ਬੰਦਾ ਠੱਗ ਗਿਆ, ਤੇ ਮੈਂ ਕੀ ਠੱਗੀ ਖਾਊਂਗਾ ਉੱਥੋਂ? ਬਿਲਕੁਲ ਨਹੀਂ, ਕੋਈ ਵੀ ਨਹੀਂ ਖਾਂਦਾ। ਸਾਨੂੰ ਪਤਾ ਨਕਲੀ ਚੀਜ਼ ਹੈਗੀ, ਆਪਾਂ ਵੀ ਖਰੀਦ ਲਾਂਗੇ। ਹਾਂਜੀ ਨਿਜਲ ਸਾਹਿਬ ਕਹਿੰਦੇ ਸੰਤ ਲੋਕ ਕੀ ਕਰਦੇ ਆ, ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਕਹਿੰਦੇ ਇਹਦੇ ਨੱਕ ਵੀ ਕੰਨ ਵੀ ਕਹਿੰਦੇ ਆ ਇਹਨੂੰ ਕੱਟ ਦਿੰਦੇ ਆ ਭਾਈ, ਕੱਟ ਕੁੱਟ ਕੇ ਪਾਸੇ ਕਰ ਦਿੰਦੇ ਆ। ਨਾ ਤਾਂ ਇਹ ਨੱਕ ਤੋਂ ਜਿਹੜੇ ਅਵਗੁਣ ਕਰਦੇ ਆ, ਨਾ ਕੰਨ ਤੋਂ, ਨਾ ਅੱਖਾਂ ਤੋਂ, ਨਾ ਜੀਭ ਤੋਂ। ਇਹ ਸਾਰੇ ਆਪਣੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਘੋਖਦੇ ਆ। ਭਾਈ ਕੀ ਕਹਿ ਰਹੀਆਂ ਮੈਨੂੰ, ਕਿਹੜੇ ਪਾਸੇ ਨੂੰ ਜਾਣ ਨੂੰ ਕਹਿ ਰਹੀਆਂ, ਕੀ ਦਿਖਾ ਰਹੀਆਂ ਆ ਮੈਨੂੰ, ਕੀ ਖਵਾਲਣਾ ਚਾਹੁੰਦੀਆਂ ਹੈ। ਨਾਕੋ ਕਾਟੀ ਕਾਨੋਂ ਕਾਟੀ काट कूट के डारी, कहो कबीर संतन की बैरन तीन लोग की प्यारी। ਕਹਿੰਦੇ ਸੰਤ ਦੀ ਤਾਂ ਬੈਰਨ ਆ, ਕਹਿੰਦੇ ਸੰਤਾਂ ਤੋਂ ਤਾਂ ਡਰਦੀ ਆ ਬਹੁਤ ਜ਼ਿਆਦਾ, ਪਰ ਤਿੰਨ ਲੋਕ ਜਿਹੜੇ ਹੈਗੇ ਸੰਤਾਂ ਦੇ ਨੇੜੇ ਨਹੀਂ ਢੁਕਦੀ ਇਹ ਮਾਇਆ, ਪਰ ਕਹਿੰਦੇ ਆ ਤਿੰਨ ਲੋਕ ਜਿਹੜੇ ਹੈਗੇ ਧਰਤ ਪਤਾਲ ਆਕਾਸ਼ ਦੇ ਲੋਕੀ ਜਿਹੜੇ ਹੈਗੇ ਉਹਨਾਂ ਦੀ ਪਿਆਰੀ ਆ। ਉਹ ਸਾਰੇ ਜਿਹੜੇ ਹੈਗੇ ਮਾਂ ਕਰਦੇ ਪਿੱਛੇ ਦੌੜਦੇ ਆ। ਔਰ ਸੰਤ ਜਿਹੜੇ ਹੈਗੇ ਸੰਤਾਂ ਦੇ ਤਾਂ ਕਹਿੰਦੇ ਆ ਕਿ ਇਹ ਸੰਤ ਤੋਂ ਤਾਂ ਦੂਰ ਡਿਸਟੈਂਸ ਹੀ ਬਣਾ ਕੇ ਰੱਖਦੀ ਹੈ। ਹਾਂਜੀ ਵੀਰ ਹਾਂਜੀ ਗੁਰਕੀ ਸਾਹਿਬ। ਹਾਂਜੀ ਨਿਜਲ ਸਾਹਿਬ, ਇਹ ਕਹਿੰਦੇ ਦੇਖੋ, ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ, ਅੱਗੇ ਕੀ ਲਿਖਿਆ ਨਿਜਲ ਸਾਹਿਬ? ਕਾਟ ਕੂਟ ਕੇ ਡਾਰੀ, ਕੱਟ ਕੁੱਟ ਕੇ ਪਰੇ ਕਰਤੀ ਹੈ। ਕਹਿੰਦੇ ਮੈਂ ਨਹੀਂ ਆਪਣੀਆਂ ਨੱਕ ਕੰਨ ਅੱਖਾਂ ਕੰਨ ਜਿਹੜੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੀ ਜਿਹੜੀ ਹੈਗੀ ਗੱਲ ਸੁਣਦਾ, ਜੋ ਇਹ ਦਿਖਾਉਂਦੀਆਂ ਆ ਮੈਨੂੰ, ਜੋ ਇਹ ਖਵਾਲਣਾ ਚਾਹੁੰਦੀਆਂ ਹੈ, ਮੈਂ ਪੂਰਾ ਫਿਲਟਰ ਕਰਦਾ। ਹਾਂਜੀ ਵੀਰ। ਹਾਂ, ਉਹ ਕਹਿੰਦੇ ਮੈਂ ਜੋ ਵੀ ਮੇਰੀਆਂ ਇੰਦਰੀਆਂ ਦਿਖਾਉਂਦੀਆਂ ਨੇ, ਮੈਂ ਕੋਈ ਸ਼ਦਾਈ ਮੱਛੀ ਨਹੀਂ ਆ। ਬਿਲਕੁਲ, ਜੋ ਦਿਖਿਆ ਖਾ ਲਿਆ। ਪਰ ਤੁਸੀਂ ਕਿਸੇ ਬੰਦੇ ਨੂੰ ਰਾਤ ਨੂੰ ਆਵਾਜ਼ ਮਾਰੋ, ਉਹਨੂੰ ਕਹੋ ਕਿ ਫਲਾਣੀ ਪਾਰਟੀ ਹੈਗੀ, ਉਹ ਫ੍ਰੀ ਚ ਰਾਸ਼ਨ ਮਿਲਣਾ ਵਾ, ਉਹ ਕਹਿੰਦਾ ਤੂੰ ਫਿਕਰ ਨਾ ਕਰ, ਮੈਂ ਪਹੁੰਚ ਜਾਊਂਗਾ। ਉਹ ਕਹੂਗਾ ਕਿ ਤੇਰੇ ਤੋਂ ਮੋਟਰਸਾਈਕਲ ਹੈਗਾ, ਉਹ ਮੋਟਰਸਾਈਕਲ ਦੀ ਕਿਹੜੀ ਗੱਲ ਹੈ, ਮੈਂ ਪੈਦਲ ਆ ਜਾਊਂਗਾ। ਤੇ ਓਦਾਂ ਨੂੰ ਕਹੋ ਚੌਂਕ ਚ, ਉਹਦੀ ਮਾਂ ਨੇ ਕਹਿਣਾ ਪੁੱਤ ਫਲਾਨੀ ਚੀਜ਼ ਹੈਗੀ, ਮੇਰੀ ਦਵਾਈ ਲਿਆ ਦੇ। ਉਹ ਮਾਂ ਦੁਪਹਿਰ ਬੜੀ ਗਰਮੀ, ਉਹ ਕਿੱਥੇ ਮੈਨੂੰ ਭੇਜਣਾ ਹੀ। ਪਰ ਉਦੋਂ ਚ ਬਹੁਤ ਸ਼ਕਤੀ ਆ ਜਾਣੀ ਹੈ। ਇਹ ਦੇਖੋ ਮਾਇਆ ਦਾ ਪ੍ਰਤਾਪ। ਤੇ ਉਹ ਕਹਿੰਦੇ ਨੇ ਇੰਦਰੀਆਂ ਦੇ ਰਾਹੀਂ ਮੈਂ ਉਹਨੂੰ ਕੱਟ ਦਿੱਤਾ ਹੈ। ਉਹ ਕਹਿੰਦੇ ਕਿ ਮਾਇਆ ਨੂੰ ਨਹੀਂ ਮੈਂ ਕੱਟਿਆ, ਮੈਂ ਆਪਣੀ ਇੰਦਰੀਆਂ ਨੂੰ ਉੱਥੋਂ ਰੋਕ ਲਿਆ। ਬਸ ਆਪ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਾਇਆ ਨੂੰ ਕਿੱਥੇ ਲੱਭਣ ਜਾਓਗੇ ਤੁਸੀਂ? ਤੁਹਾਨੂੰ ਪਤਾ ਮਾਇਆ ਕਿੱਥੇ ਹੈਗੀ ਆ? ਮਾਇਆ ਨਹੀਂ ਲੱਭਣੀ ਤੁਹਾਨੂੰ, ਕੇਵਲ ਸਾਡੀਆਂ ਇੰਦਰੀਆਂ ਸਾਡੀ ਪਕੜ ਚ ਆਉਣੀਆਂ ਵਾ। ਆਪਾਂ ਆਪਣੀਆਂ ਇੰਦਰੀਆਂ ਨੂੰ ਸਾਂਭੀਏ, ਮੂੰਹ ਨੂੰ ਸਾਂਭੀਏ, ਕੰਨਾਂ ਨੂੰ ਸਾਂਭੀਏ, ਅੱਖਾਂ ਨੂੰ ਸਾਂਭੀਏ ਤੇ ਨਾਸਾਂ ਨੂੰ ਸਾਂਭ ਲਈਏ ਤੇ ਜਨਨ ਇੰਦਰੀਆਂ ਨੂੰ ਸਾਂਭ ਲਈਏ। ਕਿਉਂਕਿ ਮਾਇਆ ਸਰਵ ਵਿਆਪਕ ਇੱਕ ਹੈਗੀ ਹੈ, ਸ਼ਕਤੀ ਆ। ਉਹ ਪ੍ਰਕਿਰਤੀ ਉਹ ਤੋਂ ਬਿਨਾਂ ਚੱਲ ਨਹੀਂ ਸਕਦੀ, ਉਹਦਾ ਜੀਵ ਨੂੰ ਬੰਨ੍ਹ ਹੀ ਨਹੀਂ ਸਕਦੇ ਆਪਾਂ ਧਰਤੀ ਤੇ। ਹੁਣ ਵੇਖੋ, ਜੀਵ ਤੇ ਆਤਮਾ, ਇਹ ਪਹਿਲਾ ਜੀਵ ਆ ਫਿਰ ਆਤਮਾ, ਇਹ ਦੋਨਾਂ ਦਾ ਸੰਪਰਕ ਬਣਿਆ। ਹੁਣ ਜਦੋਂ ਜੀਵ ਕੀ ਕਰਦਾ ਕਿ ਆਪਣੀ ਹੋਂਦ ਸਥਾਪਿਤ ਕਰ ਲੈਂਦਾ, ਤੇ ਫਿਰ ਉਹ ਆਤਮਾ ਨੂੰ ਭੁੱਲ ਜਾਂਦਾ, ਫਿਰ ਜੀਵ ਹੀ ਇਕੱਲਾ ਰਹਿ ਜਾਂਦਾ, ਹਉਮੈ ਚ ਆ ਜਾਂਦਾ ਉਹ। ਤੇ ਤੁਸੀਂ ਵੇਖੋ, ਮਾੜਾ ਜਿਹਾ ਬੰਦੇ ਦਾ ਦਿਮਾਗ ਖਰਾਬ ਹੋ ਜੇ, ਉਹ ਕਿੱਥੇ ਰੱਬ ਨੂੰ ਮੰਨਦਾ? ਉਹਦੇ ਲਈ ਕੋਈ ਰੱਬ ਰੂਪ ਨਹੀਂ ਹੈਗਾ। ਉਹਦੇ ਲਈ ਉਸ ਟਾਈਮ ਤੇ ਖੁਦ ਹੀ ਰੱਬ ਹੈਗਾ। ਔਰ ਧਰਤੀ ਤੇ ਐਸੇ ਅਣਗਿਣਤ ਮਨੁੱਖ ਪੈਦਾ ਹੋਏ ਨੇ, ਉਹ ਜਿਹੜੇ ਰੱਬ ਬਣੇ ਨੇ, ਉਹ ਕਹਿੰਦੇ ਹੀ ਰੱਬ ਹੈਗੇ, ਅਸੀਂ ਨਹੀਂ ਕਿਸੇ ਹੋਂਦ ਨੂੰ ਮੰਨਦੇ। ਫਿਰ ਇੱਕ ਬਹੁਤ ਘਟੀਆ ਜਿਹਾ ਜੀਵਨ ਬਤੀਤ ਕਰਦੇ ਨੇ, ਉਹ ਸੰਸਾਰ ਤੋਂ ਚੱਲ ਜਾਂਦੇ ਨੇ ਦੁਖੀ ਹੋ ਕੇ। ਹਾਂਜੀ ਨਿਜਲ ਸਾਹਿਬ। ਹਾਂਜੀ, ਤੇ ਅਗਲਾ ਸ਼ਬਦ ਆਸਾ, ਜੋਗੀ ਜਤੀ ਤਪੀ ਸੰਨਿਆਸੀ ਬਹੁਤ ਤੀਰਥ ਭਰਮਨਾ। ਕਹਿੰਦੇ ਜੋਗੀ ਲੋਕ, ਜੱਤ ਵਾਲੇ ਜਿਹੜੇ ਹੈਗੇ, ਕੰਟਰੋਲ ਆਫ ਸੈਂਸਸ ਜਿਹੜਾ ਹੈਗਾ, ਇੰਦਰੀਆਂ ਤੇ ਕੰਟਰੋਲ ਕਰਦੇ ਆ, ਤਪੀ ਤਪ ਕਰਦੇ ਆ। ਸੰਨਿਆਸੀ ਜਿਹੜੇ ਸੰਨਿਆਸ ਲੈ ਲੈਂਦੇ ਆ। ਬਹੁਤ ਤੀਰਥ ਭਰਮਨਾ, ਕਹਿੰਦੇ ਤੀਰਥਾਂ ਦੇ ਉੱਤੇ ਜਾਂਦੇ ਆ। ਲੁੰਜਤ ਮੁੰਜਤ ਮੌਨ ਜਟਾਤਰ ਅੰਤ ਤਉ ਮਰਨਾ। ਲੁੰਜਤ ਕਹਿੰਦੇ ਜਿਹੜੇ ਕਿ ਜੈਨੀ ਹੁੰਦੇ ਆ, ਜਿਹੜੇ ਕਿ ਬਾਲ ਖੋ ਕੇ ਜਿਹੜੇ ਹੈਗੇ ਗੰਜ ਕਰਾਉਂਦੇ ਆ। ਮੁੰਜਤ ਕਹਿੰਦੇ ਆ ਮੂੰਜੀ ਦੀ ਤੜਾਗੀ ਜੀ, ਜਿਹੜੀ ਮੂੰਜੀ ਲੱਕ ਦੇ ਦੁਆਲੇ ਬੰਨ ਲੈਂਦੇ ਆ। ਮੌਨੀ ਮੌਨ ਧਾਰਨ ਕਰਨ ਵਾਲੇ। ਜਟਾਤਰ ਜਟਾਵਾਂ ਵਾਲੇ। ਅੰਤ ਤਉ ਮਰਨਾ, ਕਹਿੰਦੇ ਇਹਨਾਂ ਨੇ ਅਖੀਰ 'ਚ ਤਾਂ ਇਹਨਾਂ ਨੇ ਵੀ ਮਰ ਜਾਣਾ ਹੈ, ਸਾਰਿਆਂ ਨੇ ਮਰਨਾ ਤਾਂ ਹੈ ਹੀ ਸਾਰਿਆਂ ਨੇ। ਜਿਹੜੇ ਜੋਗੀ ਆ, ਤਪੀ ਆ, ਸੰਨਿਆਸੀ ਆ, ਤੀਰਥਾਂ ਤੇ ਭਰਮਦੇ ਆ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ
ਅਖੀਰ 'ਚ ਜਿਹੜਾ ਹੈਗਾ ਇਹਨਾਂ ਨੇ ਸਰੀਰ ਤਾਂ ਛੱਡਣਾ ਹੀ ਛੱਡਣਾ ਹੈ। ਜਦ ਸਾਰਿਆਂ ਨੇ ਮਰਨਾ ਹੈਗਾ ਤੇ ਫਿਰ ਮੈਂ ਆਇਆ ਕਾਹਦੇ ਵਾਸਤੇ ਹੈਗਾ, ਮੈਨੂੰ ਸਰੀਰ ਮਿਲਿਆ ਕਾਹਦੇ ਵਾਸਤੇ ਹੈ। ਤਾਤੇ ਸੇਵੀਅਲੇ ਰਾਮ ਨਾ, ਕਹਿੰਦੇ ਫਿਰ ਪਰਮੇਸ਼ਰ ਦਾ ਨਾਮ ਕਿਉਂ ਨਾ ਜਪੀਏ ਆਪਾਂ, ਮਾਲਕ ਦੀ ਸੇਵਾ ਕਿਉਂ ਨਾ ਕਰੀਏ, ਜਿਹੜੇ ਕੰਮ ਵਾਸਤੇ ਆਏ ਆ ਆਪਾਂ, ਮਰਨਾ ਤਾਂ ਹੈ ਹੀ ਹੈਗਾ। ਰਸਨਾ ਰਾਮ ਨਾਮ ਹਿਤ ਜਾਖੈ ਕਹਾ ਕਰੇ ਜਮਨਾ, ਕਹਿੰਦੇ ਮਰਨ ਤੋਂ ਬਾਅਦ ਜਮ ਦੇ ਕੋਲ ਜਾਣਾ ਆ। ਔਰ ਜਿਹੜੇ ਜੀਵ ਦੇ ਨਾਲ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੂੰ ਪਿਆਰ ਪੈ ਜਾਂਦਾ ਹੈ ਧਿਆਨ ਸਿਮਰਨ ਦੇ ਵਿੱਚ, ਉਹਨਾਂ ਦਾ ਕਹਿੰਦੇ ਜਮ ਕੀ ਕਰ ਸਕਦਾ ਹੈ। ਰਸਨਾ ਰਾਮ ਨਾਮ ਹਿਤ ਜਾਕੈ, ਜਿਨ੍ਹਾਂ ਦਾ ਹਿਤ ਆ ਧਿਆਨ ਸਿਮਰਨ ਦੇ ਨਾਲ, ਕਹਾ ਕਰੇ ਜਮਨਾ, ਕਹਿੰਦੇ ਜਮ ਉਹਨਾਂ ਦਾ ਕੀ ਕਰ ਸਕਦਾ ਹੈ, ਜਮ ਰਹਾਓ। ਹਾਂਜੀ ਵੀਰ ਜੀ, ਜੋਗੀ ਜਤੀ ਤਪੀ ਸੰਨਿਆਸੀ ਬਹੁਤ ਤੀਰਥ ਪਰਮਨਾ, ਲੁੰਜਤ ਮੁੰਜਤ ਮੌਨ ਜਟਾ ਤਰ ਅੰਤ ਤਉ ਮਰਨਾ। ਲੁੰਜਤ ਕਹਿੰਦੇ ਆ ਜਿਹੜੇ ਬਾਲ ਖਵਾ ਲੈਂਦੇ ਜੈਨੀ ਲੋਕ, ਹਾਂਜੀ। ਮੁੰਜਤ ਜਿਹੜੇ ਆ ਦੂਸਰੀ ਜਿਹੜੇ ਮੁੰਜਦੇ ਪਾ ਲੈਂਦੇ ਆ ਜਿਹੜੇ ਹੈਗੇ ਲੱਕ ਦੇ ਦੁਆਲੇ। ਹਾਂਜੀ ਵੀਰ, ਹਾਂਜੀ ਠੀਕ ਹੈ। ਸਾਧ ਸੰਗਤ ਜੀ, ਕਹਿੰਦੇ ਜੋਗੀ ਜਤੀ, ਤੇ ਜੋਗੀ ਤੇ ਪਤਾ ਹੀ ਹੈ ਤੁਹਾਨੂੰ, ਜੋਗੀ ਲੋਕ ਜਿਹੜੇ ਯੋਗ ਸਾਧਨਾ ਕਰਦੇ ਨੇ, ਨਾਸਾਂ ਰਾਹੀਂ ਹਵਾ ਲੈਣੀ ਛੱਡਣੀ। ਜਤੀ ਜਿਹੜੇ ਜੱਤ ਧਾਰਦੇ ਨੇ, ਇੰਦਰੀਆਂ ਤੇ ਕੰਟਰੋਲ ਕਰਦੇ ਨੇ, ਸੈਂਸ ਤੇ ਕੰਟਰੋਲ ਕਰਦੇ ਨੇ, ਇਹ ਬੜਾ ਪੰਗੇ ਚੰਗੇ ਲੈਂਦੇ ਨੇ। ਤਪੀ, ਕਈ ਤਪੀ ਹੈਗੇ ਨੇ, ਉਹ ਤਪ ਕਰਦੇ ਨੇ, ਉਹ ਧੁੱਪੇ ਖਲੋਂਦੇ ਨੇ, ਤਪੱਸਿਆ ਧਾਰਦੇ ਨੇ, ਉਹ ਕਈ ਕਿਸਮ ਦਾ ਉਹ ਹੈਗਾ। ਇਹ ਵੀ ਇੱਕ ਡਿਪਾਰਟਮੈਂਟ ਹੈਗਾ। ਸੰਨਿਆਸੀ, ਸੰਨਿਆਸੀ ਕੀ ਕਰਦਾ ਕਿ ਸੰਸਾਰ ਦਾ ਤਿਆਗ ਕਰ ਦਿੰਦਾ। ਉਹ ਸੋਚਦਾ ਹੈ ਕਿ ਸ਼ਾਇਦ ਬਾਹਰੀ ਸੰਸਾਰ ਦਾ ਤਿਆਗ ਕਰਨ ਦੇ ਨਾਲ ਮੇਰਾ ਮਨ ਸਥਿਰ ਹੋ ਜਾਊਗਾ, ਪਰ ਏਦਾਂ ਗੱਲ ਨਹੀਂ ਜ਼ਬਾਨੀ, ਕਿਉਂਕਿ ਬਾਹਰ ਤਿਆਗਣ ਦੇ ਨਾਲ ਕੁਝ ਵੀ ਅੰਦਰੋਂ ਦੀ ਜਿਹੜੀ ਸਥਿਤੀ ਆ ਉਹਦੇ 'ਚ ਪਰਿਵਰਤਨ ਨਹੀਂ ਆਉਂਦਾ। ਤੁਸੀਂ ਇੱਕ ਚੀਜ਼ ਨੂੰ ਜਿਹੜਾ ਕਰਦੇ ਜੋ ਨਾ, ਤੁਸੀਂ ਇਹਨੂੰ ਬੰਦ ਕਰ ਦਿਓ ਕਰਨਾ। ਤੁਸੀਂ ਕੁਝ 2-4 ਸਾਲ ਤੋਂ ਕੋਈ ਕੰਮ ਕਰਦੇ ਜੋ, ਤੁਸੀਂ ਅੱਜ ਕਹਿ ਦਿਓ ਕਿ ਅੱਜ ਤੋਂ ਬਾਅਦ ਮੈਂ ਨਹੀਂ ਕਰਨਾ, ਫਿਰ ਪਤਾ ਲੱਗੂ ਤੁਹਾਡਾ ਕਿ ਤੁਸੀਂ ਕਿਹੜੀ ਚੀਜ਼ ਦੇ ਮਾਲਕ ਹੋ। ਇੱਥੋਂ ਤੱਕ ਕਿ ਤੁਹਾਡਾ ਸਰੀਰ ਤੁਹਾਡੇ ਅਧੀਨ ਨਹੀਂ ਹੈਗਾ ਨਿਜ ਸਾਹਿਬ। ਨਾ 3-4 ਦਿਨਾਂ ਦੇ ਬਾਅਦ ਜਿਹੜਾ 3 ਦਿਨ ਤੱਕ ਕੰਟਰੋਲ ਕਰ ਲਓਗੇ, ਚੌਥੇ ਦਿਨ ਜਿਹੜਾ ਹੈਗਾ ਉਹ ਸਾਰੀ ਕਸਰ ਪੂਰੀ ਦੀ ਪੂਰੀ ਨਿਕਲ ਜਾਣੀ ਹੈ। ਹਾਂ, ਬੰਦਾ ਕਿਸੇ ਤੋਂ ਨਹੀਂ, ਬੰਦਾ ਆਪਣੇ ਆਪ ਤੋਂ ਹਾਰ ਜਾਂਦਾ। ਬੰਦਾ ਬੜਾ ਸੋਚਦਾ ਮੈਂ ਬੜਾ ਚੌਧਰੀ ਹਾਂ। ਹੁਣ ਕਈਆਂ ਨੇ ਵੇਖਿਆ ਨਹੀਂ ਆ, ਮਾਵਾਂ ਨੇ ਬੜੇ ਬੱਚੇ ਛਿੰਡੇ ਲਾਡਲੇ ਰੱਖੇ ਹੁੰਦੇ ਆ। ਮੈਂ ਵੇਖਣ ਦੇ ਸਾਡੇ ਵੀ ਰਿਸ਼ਤੇਦਾਰ ਹੈਗੇ ਬਾਹਰੋਂ ਆਏ, ਕਿੱਡੀ ਵੱਡੀ ਕੁੜੀ ਹੱਥ ਨਾਲ ਰੋਟੀ ਖਵਾਉਂਦੀ ਆ, ਸਾਡੇ ਸਾਰੇ ਪਿੰਡ ਵਾਲੇ ਹੱਸੀ ਜਾਣ, ਐਵੇਂ ਲਾਡ। ਨਿੱਕੇ ਬੱਚੇ ਡਾਈਫਰ ਲਾਏ ਆ, ਸਾਡੇ ਬੱਚੇ ਤੇ ਨਿੱਕੇ ਨਿੱਕੇ ਹੀ। ਅਸੀਂ ਪੋਟੀ ਉਹਨਾਂ ਨੂੰ ਕਰਨੀ ਸਿਖਾਈ ਵੀ ਪੋਟੀ ਕਰੋ ਬਈ, ਇਹ ਨਹੀਂ ਕੰਮ ਹੋਣਾ ਡਾਈਫਰਾਂ ਡੂਫਰਾਂ ਵਾਲਾ। ਤੇ ਵੇਖ ਲਓ ਕਈ ਲੋਕ ਐਵੇਂ ਲਾਡ ਕਰੀ ਜਾਂਦੇ, ਉਹ ਬੱਚਿਆਂ ਨੂੰ ਭੋਲਾ ਉਹ ਬੱਚਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੰਦੇ। ਕਈ ਮਾਪੇ ਏਦਾਂ ਦੇ ਹੁੰਦੇ ਨੇ ਜੋ ਸਾਹਿਬ, ਕਈ ਮਾਵਾਂ ਇੰਨੀਆਂ ਕਸੂਰਵਾਰ ਹੁੰਦੀਆਂ ਵਾ, ਬੱਚਿਆਂ ਨੂੰ ਲਾਡ ਕਰੀ ਜਾਂਦੀਆਂ ਬੜਾ ਉਹਨੂੰ ਜਿੱਦੀ ਬਣਾ ਦਿੰਦੀਆਂ। ਹੁਣ ਜਿਹੜੇ ਲਾਡਲੇ ਬੱਚੇ ਹੁੰਦੇ ਆ ਨਾ, ਉਹ ਲਾਡਲੇ ਉਹ ਪਤਾ ਕੀ ਕਰਦੇ ਆ, ਤੇ ਫਿਰ ਉਹ ਜਦੋਂ ਦਫ਼ਤਰੇ ਜਾਂਦੇ ਆ, ਸਕੂਲੇ ਜਾਂਦੇ ਆ, ਉਹ ਆਪਣੀ ਮਾਂ ਲੱਭਦੇ ਹੁਣ ਲੋਕਾਂ ਚ। ਨਿੱਜਰ ਸਾਹਿਬ ਡਿਪੈਂਡੈਂਟ ਲਾਡ ਲਦਾਵੇ, ਅੱਗੇ ਮੁੱਕਾ ਵੱਜਦਾ ਨਾਸਾਂ ਤੇ ਰੱਖ ਕੇ, ਉਹ ਭਾਲਦਾ ਮਾਂ। ਫਿਰ ਉਹਦਾ ਵਿਆਹ ਹੋ ਜਾਂਦਾ, ਉੱਥੇ ਵੀ ਉਹ ਕਰਦਾ ਕੋਸ਼ਿਸ਼ ਕਿ ਮਾਂ ਵਾਂਗੂ ਸ਼ਾਇਦ ਇਹ ਵੀ ਮੇਰੀ ਗੱਲ ਸੁਣੇ। ਅਗਲੀ ਮੋਹਰਾਂ ਤੇ ਵੇਲਣ ਲਾ ਕੇ ਮਾਰਦੀ ਆ। ਤੇ ਨਿੱਜਰ ਸਾਹਿਬ ਇਹ ਪਤਾ ਕੀ ਹੈ, ਇਹੋ ਹੀ ਕਾਰਨ ਆ ਜਿਹੜਾ ਬੰਦਾ ਜ਼ਿੰਦਗੀ ਚ ਬੱਚੇ ਨੂੰ ਟ੍ਰੇਨ ਨਹੀਂ ਕਰਦਾ, ਉਹ ਬੱਚਾ ਸਮਾਜ ਦੇ ਵਿੱਚ ਅਨਫਿਟ ਆ। ਔਰ ਇਹਦਾ ਕਸੂਰ ਹੈਗਾ ਮਾਂ ਦਾ। ਮਾਵਾਂ ਨੂੰ ਇੰਨੀ ਸੈਂਸ ਚਾਹੀਦੀ ਆ ਆਪਣੀ ਕੁੜੀ ਨੂੰ, ਆਪਣੇ ਮੁੰਡੇ ਨੂੰ ਕਮ ਸੇ ਕਮ ਪੋਟੀ ਕਰਨੀ, ਆਪਣੇ ਕੱਪੜੇ ਮੇਨਟੇਨ ਕਰਨੇ, ਜੁੱਤੀਆਂ ਸਹੀ ਤਰ੍ਹਾਂ ਜਗ੍ਹਾ ਤੇ ਰੱਖਣੀਆਂ, ਉੱਠਣਾ ਬਹਿਣਾ ਖਲੋਣਾ ਸਿਖਾਉਣਾ, ਆਪਣੇ ਬਰਤਨ ਆਪ ਥੋੜੇ ਬਹੁਤੇ ਸਾਂਭਣੇ। ਨਿੱਜਰ ਸਾਹਿਬ ਇਹ ਠੀਕ ਆ, ਅਸੀਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ, ਪਰ ਲਾਡ ਜਿਹੜੇ ਲੋੜ ਤੋਂ ਜ਼ਿਆਦਾ ਹੁੰਦੇ ਨਾ, ਉਹ ਬੱਚਿਆਂ ਨੂੰ ਵਿਗਾੜ ਦਿੰਦੇ ਆ ਮੁੜ ਕੇ। ਉਹ ਮੁੜ ਕੇ ਫਿਰ ਉਹ ਸੋਚਦਾ ਕਿ ਸ਼ਾਇਦ ਦੁਨੀਆ ਮੇਰੀ ਹੈ, ਜਿਹੜਾ ਮੇਰੀਆਂ ਜਿੱਦਾਂ ਪੁਕਾਰੇ। ਹੁਣ ਕਈ ਬੰਦੇ ਵੇਖੇ ਨੀ ਘਰਾਂ ਚ ਆ ਕੇ ਡਿਕਟੇਟਰਸ਼ਿਪ ਕਰਦੇ ਨੇ, ਤੇ ਉਹ ਅਸਲ ਚ ਉਹ ਮਾਂ ਨੇ ਉਹਦੀਆਂ ਆਦਤਾਂ ਵਿਗਾੜੀਆਂ ਨੇ। ਜੋ ਸਾਹਿਬ ਉਹਦੀ ਹਰ ਇੱਕ ਗੱਲ ਮੰਨੀ ਗਈ ਹੈ ਛੋਟੇ ਹੁੰਦੇ ਦੀ। ਹੁਣ 14-15 ਸਾਲ ਦੇ ਬੱਚੇ ਦੀ ਹਰ ਗੱਲ ਮੰਨੀ ਜਾਵੇ, ਮੁੜ ਕੇ ਛੱਡਣੀ ਕਹੋ ਕੋਈ ਦੀ ਗੱਲ ਕੋਈ ਸੁਣੇ ਨਾ, ਉਹਨੇ ਮੰਨਣਾ। ਫਿਰ ਉਹਨੇ ਕੀ ਕਰਨਾ ਹੈ, ਫਿਰ ਉਹਨੇ ਆਪਣੇ ਪਰਿਵਾਰ ਤੇ ਹੀ ਉਹ ਡਿਕਟੇਟਰਸ਼ਿਪ ਕਰਨੀ ਹੈ। ਮੁੜ ਕੇ ਉੱਥੇ ਲਾਗੇ ਰਹਿਣਾ ਕਿੰਨਾ ਔਖਾ, ਬੰਦੇ ਨਾਲ ਕਿੰਨਾ ਔਖਾ।
ਹੁਣ ਸਾਰੇ ਤੁਸੀਂ ਇਕਨੋਮਿਕਲੀ ਉੱਤੇ ਡਿਪੈਂਡੈਂਟ ਜੋ, ਉਹ ਤੋਂ ਪੈਸਾ ਲੈਂਦੇ ਜੋ, ਉਹ ਤੁਹਾਡੇ ਕੱਪੜੇ ਕੁਪੜੇ ਲਿਆ ਕੇ ਦਿੰਦਾ, ਪਰ ਦੂਜੀ ਤਰਫ ਉਹਦੇ ਨਾਲ ਰਹਿਣਾ ਬੜਾ ਔਖਾ, ਕਿਉਂਕਿ ਉਹ ਬੰਦੇ ਦੀ ਉਹ ਸਭ ਜੋ ਵੀ ਕਰ ਰਿਹਾ ਉਹ ਨਿੱਜਰ ਸਾਹਿਬ ਉਹਦੇ ਲਈ ਨਾਰਮਲ ਆ। ਉਹ ਬਿਲਕੁਲ ਉਹਨੂੰ ਨਹੀਂ ਪਤਾ ਕਿ ਕਿਹਦਾ ਦਿਲ ਦੁਖ ਰਿਹਾ ਜਾਂ ਕਿਸੇ ਨੂੰ ਕੋਈ ਪਰੇਸ਼ਾਨੀ ਹੋ ਰਹੀ ਹੈ, ਉਹਦੇ ਲਈ ਬਿਲਕੁਲ ਨਾਰਮਲ ਹੈ, ਕਿਉਂਕਿ ਉਹਦੀ ਮਾਂ ਨੇ ਤੇ ਉਹਨੂੰ ਆਦਤ ਪਾਈ ਹੈ, ਬਚਪਨ ਤੋਂ ਹੀ ਉਹਦੀਆਂ ਜਿੱਦਾਂ ਪੂਰੀਆਂ ਕੀਤੀਆਂ ਨੇ। ਤਾਂ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਥੋੜਾ ਜਿਹਾ ਨਾ ਪਿਆਰ ਦੇ ਨਾਲ ਨਾਲ ਉਹਨਾਂ ਨੂੰ ਸੰਸਕਾਰ ਵੀ ਪਲੀਜ਼ ਦਿਓ, ਬੜੇ ਜ਼ਰੂਰੀ ਜੋ। ਆਪਾਂ ਚੰਗੇ ਕਾਲਜਾਂ 'ਚ ਬੱਚੇ ਭੇਜਦੇ ਹਾਂ, ਯੂਨੀਵਰਸਿਟੀਆਂ 'ਚ ਭੇਜਦੇ ਹਾਂ, ਬਾਹਰ ਵੀ ਬੱਚਿਆਂ ਨੂੰ ਪੜ੍ਹਨ ਭੇਜਦੇ ਹਾਂ, ਪਰ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਬਹੁਤ ਜ਼ਰੂਰੀ ਆ। ਜਿਹੜੇ ਬੱਚੇ ਕੋਈ ਸੰਸਕਾਰ ਨਹੀਂ ਨਾ ਹੈਗੇ, ਉਹ ਬੱਚਾ ਦਾ ਲੱਕ ਦੀ ਹੱਡੀ ਨਹੀਂ ਜੋ ਹੈਗੀ, ਸਮਝ ਲਓ ਉਹ ਸੰਸਾਰ ਤੇ ਜਾਊਗਾ ਪਰ ਉਹ ਫਿੱਟ ਨਹੀਂ ਜੋ ਹੈਗਾ। ਉਹ ਮਸ਼ੀਨ ਦਾ ਇੱਕ ਐਸਾ ਪੁਰਜਾ ਵਾ ਜਿਹਨੇ ਸਾਰੀ ਮਸ਼ੀਨ ਹਿਲਾਈ ਜਾਣੀ। ਉਹਦੀ ਘਰ ਦੀ ਹਿੱਲੂਗੀ, ਕਾਂ ਉਹਦੇ ਬੱਚੇ ਹਿੱਲਣਗੇ, ਔਰ ਬਾਕੀ ਜਿਨ੍ਹਾਂ ਨੇ ਉਹਦੀ ਜਿੱਦ ਪਗਾਈ ਆ ਉਹਨਾਂ ਨੇ ਵੀ ਪੱਕੀ ਤਰ੍ਹਾਂ ਹਿੱਲਣਾ। ਤਾਂ ਕੋਸ਼ਿਸ਼ ਕਰਿਆ ਕਰੋ ਪਲੀਜ਼ ਇਹ ਚੀਜ਼ ਦੇ ਵੱਲ ਧਿਆਨ ਦਿਓ। ਧਰਮ ਦਾ ਮਤਲਬ ਕੀ ਆਪਣੀਆਂ ਡਿਊਟੀਆਂ ਨੂੰ ਪੂਰੀ ਤਰ੍ਹਾਂ ਨਿਭਾਇਆ ਜਾਵੇ। ਹੁਣ ਇੱਥੇ ਆਪਾਂ ਨੂੰ ਬਾਣੀ ਇਹ ਸਮਝਾ ਰਹੀ ਆ ਕਿ ਜੋਗੀ, ਜਤੀ, ਤਪੀ, ਸੰਨਿਆਸੀ। ਹੁਣ ਸੰਨਿਆਸੀ ਬੰਦੇ ਕੀ ਕਰਦੇ, ਸੰਸਾਰ ਦਾ ਤਿਆਗ ਕਰ ਦਿੰਦੇ, ਘਰ-ਬਾਰ ਛੱਡ ਕੇ ਉੱਥੇ ਚੱਲ ਜਾਂਦੇ ਆਸ਼ਰਮਾਂ ਦੇ ਵਿੱਚ। ਏਦਾਂ ਤਿਆਗ ਕਰਨ ਦੇ ਨਾਲ ਸੰਨਿਆਸ ਨਹੀਂ ਜੋ ਮਿਲਣਾ। ਆ ਜਿਹੜੀਆਂ ਇੰਦਰੀਆਂ ਜੋਗੀ ਆ, ਜਤੀ ਆ, ਜਿਹੜੇ ਜਤੀ ਕੀ ਕਰਦੇ, ਜਤੀ ਨਹੀਂ ਵੇਖਿਆ ਲੰਗੋਟ ਲੰਗਾਟ ਬੰਨ ਲੈਂਦੇ ਆ। ਇਹ ਚੀਜ਼ਾਂ ਏਦਾਂ ਨਹੀਂ ਰੁਕਣੀਆਂ। ਕਈਆਂ ਨੇ ਆਪਣੀਆਂ ਅੱਖਾਂ ਵਿੰਨ ਲਈਆਂ ਸੀ। ਇਹ ਹੈਗੀ ਤੁਹਾਡੇ ਅੰਦਰ ਦੀ ਗਤੀ, ਔਰ ਇਹਨੂੰ ਇੱਕ ਹੀ ਚੀਜ਼ ਖਤਮ ਕਰ ਸਕਦੀ, ਉਹ ਹੈ ਭਗਤੀ। ਜਦੋਂ ਆਪਾਂ ਬੰਦਗੀ ਕਰਦੇ ਹਾਂ ਇਹ ਸਾਰੇ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ ਆ। ਹੁਣ ਕਮਲ ਦਾ ਫੁੱਲ ਆ, ਉਹ ਚਿੱਕੜ ਤੋਂ ਦੂਰ ਨਹੀਂ ਭੱਜਣਾ ਚਾਹੁੰਦਾ ਨਿੱਜਰ ਸਾਹਿਬ। ਜੇ ਭੱਜੂਗਾ ਤਾਂ ਮਰ ਜੂਗਾ। ਹੁਣ ਸੰਨਿਆਸੀ ਆ, ਹੁਣ ਆਮ ਵੇਖੋ ਚੜੇ ਤੇ ਜਾਂਦੇ ਆ, ਮੁੜ ਕੇ ਰੋਟੀ ਪਾਣੀ ਕਿੱਥੋਂ ਮਿਲਣਾ। ਹੁਣ ਮੈਂ 3-4 ਦਿਨ ਪਹਿਲਾਂ ਦੀ ਗੱਲ, ਮੈਂ ਨਾ ਉੱਥੇ ਦੋਸਤੀ ਦੇ ਨੂੰ ਮਿਲ ਗਿਆ। ਮੈਂ ਇੱਕ ਬਜ਼ੁਰਗ ਕਾਫੀ ਸਾਲ ਦੀ 60 ਸਾਲ ਉਮਰ ਹੈ, ਇੱਥੇ ਗਊਸ਼ਾਲਾ ਹੈਗਾ ਨਿੱਜਰ ਸਾਹਿਬ ਅੰਮ੍ਰਿਤਸਰ ਦੇ ਵਿੱਚ। ਹਾਂਜੀ। ਤੇ ਉਹ ਮੈਨੂੰ ਕਹਿੰਦਾ ਨਾਲ ਲੈ ਜਾਓ, ਮੈਨੂੰ ਰੋਟੀ ਪਾਣੀ ਦੇ ਦਿਓ, ਇੱਥੇ ਰੱਖ ਛੱਡੋ, ਮੈਂ ਤੁਹਾਡੀਆਂ ਮੱਝਾਂ ਗਾਂ ਨੂੰ ਪੱਠੇ ਪਾ ਦੂੰਗਾ। ਤੇ ਮੈਂ ਕਿਹਾ ਤੂੰ ਕੀ ਕਿਦੋਂ ਕਦਾਇਆ? ਕਹਿੰਦਾ ਮੈਂ ਬਚਪਨ 'ਚ ਹੀ ਆ ਗਿਆ ਸਾਂ। ਤੇ ਮੈਂ ਕੋਈ ਬੰਦਗੀ ਕੋਈ ਪ੍ਰਾਪਤ ਹੋਇਆ? ਕਹਿੰਦਾ ਕੁਝ ਪ੍ਰਾਪਤ ਨਹੀਂ ਆਇਆ। ਹੁਣ ਤੇ ਰੋਟੀ ਪਾਣੀ ਤੇ ਵੀ ਟੈਨਸ਼ਨ ਹੋ ਗਈ ਆ, ਕਿਉਂਕਿ ਦਿਖਦਾ ਨਹੀਂ ਪਿਆ ਅੱਖਾਂ ਤੋਂ। ਇਲਾਜ ਮੇਰਾ ਕਿਸੇ ਨੇ ਕਰਾਉਣਾ ਨਹੀਂ ਹੈ। ਆਪ ਜਸਟ ਸੋਚੋ ਸਾਧ ਸੰਗਤ ਜੀ, ਇਹ ਜਿਹੜੇ ਬਾਣੀ 'ਚ ਆਪਾਂ ਨੂੰ ਸਮਝਾਇਆ ਜਾ ਰਿਹਾ ਵਾ, ਉਹਨਾਂ ਚੀਜ਼ਾਂ ਤੋਂ ਹੀ ਰੋਕਿਆ ਗਿਆ। ਉਦੋਂ ਬੰਦਾ ਜੋਸ਼ ਚ ਆ ਕੇ ਇਹੋ ਜਿਹੇ ਕੰਮ ਕਰਦਾ, ਫਿਰ ਬਾਅਦ ਦੇ ਵਿੱਚ ਫਿਰ ਜੀਵਨ ਬੜਾ ਔਖਾ ਹੋ ਜਾਂਦਾ। ਫਿਰ ਕੌਣ ਸਾਂਭੂ ਇਹਨਾਂ ਨੂੰ? ਫਿਰ ਇਹਨਾਂ ਦਾ ਜਿਹੜਾ ਲਾਸਟ ਟਾਈਮ ਹੁੰਦਾ ਬੜਾ ਮਾੜਾ ਹੁੰਦਾ ਹੈ, ਕੋਈ ਸਾਂਭਣ ਵਾਲਾ ਨਹੀਂ ਹੈਗਾ। ਕਿਉਂਕਿ ਉਹ ਜਿੱਥੇ ਆਏ ਹੁੰਦੇ ਉਹ ਤਾਂ ਜਵਾਨੀ ਚ ਵਰਤੀ ਜਾਂਦੇ ਆ ਵੀ ਚੱਲ ਇਹਦੇ ਡੇਰੇ ਤੇ ਕੰਮ ਕੁੰਮ ਕਰੀ ਜਾ, ਝਾੜੂ ਪੋਚਾ ਮਾਰੀ ਜਾ, ਸਾਡੀਆਂ ਮੱਝਾਂ ਨੂੰ ਪੱਠੇ ਪਾ ਐਰਾ ਵਗੈਰਾ। ਜਦੋਂ ਬੁੱਢਾ ਹੋ ਜਾਂਦਾ ਫਿਰ ਲੋਕੀ ਤਾਂ ਆਪਣੇ ਨਹੀਂ ਸਾਂਭਣਦੇ। ਬਿਲਕੁਲ, ਇਹਨਾਂ ਨੂੰ ਕਿਹਨੇ ਸਾਂਭਣਾ? ਫਿਰ ਇਹਨਾਂ ਦਾ ਬਹੁਤ ਮਾੜਾ ਹੁੰਦਾ। ਤੋ ਇਹ ਚੀਜ਼ਾਂ ਤੋਂ ਆਪਾਂ ਨੂੰ ਬਾਣੀ 'ਚ ਰੋਕਿਆ ਗਿਆ। ਤੇ ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂਜੀ, ਇਹਦੇ ਵਿੱਚ ਨਾ ਇਹ ਸ਼ਬਦ ਦੇ ਵਿੱਚ ਦੇਖੋ ਬਾਰ-ਬਾਰ ਹਰੇਕ ਬੰਦ ਦੇ ਵਿੱਚ ਮਹਾਰਾਜ ਜਿਹੜੇ ਹੈਗੇ, ਕਬੀਰ ਜੀ ਜਿਹੜੇ ਹੈਗੇ, ਸਾਰੇ ਦੁਨੀਆ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਆ ਧਰਮ ਦੇ ਨਾਮ ਤੇ, ਕਰਮ ਕਾਂਡ ਜੋ ਹੋ ਰਹੇ ਆ, ਸਾਰੇ ਤੇ ਸਾਰੇ ਕਹਿੰਦੇ ਸਾਰੇ ਨੇ ਤਾਂ ਮਰ ਜਾਣਾ ਹੈ ਸਾਰਾ ਕੁਝ ਕਰਕੇ, ਤੇ ਕੰਮ ਕੀ ਕਰਨ ਵਾਲਾ ਹੈਗਾ। ਤਾਂ ਤੇ ਸੇਵੀਅਲੇ ਰਾਮ ਨਾਮ, ਰਾਮ ਨਾ ਕਹਿੰਦੇ ਰਾਮ ਕਿਉਂ ਨਾ ਸੇਵੀਏ, ਆਪਾਂ ਧਿਆਨ ਸਿਮਰਨ ਕਿਉਂ ਨਾ ਕਰੀਏ। ਮਰਨਾ ਤਾਂ ਹੈ ਸਾਰਿਆਂ ਨੇ, ਜੋ ਜੋਗੀਆਂ ਨੇ, ਜਤੀਆਂ ਨੇ, ਸੰਨਿਆਸੀਆਂ ਨੇ, ਸਾਰੇ ਜਿੰਨੇ ਵੀ ਹੈਗੇ ਸਾਰਿਆਂ ਨੇ ਮਰ ਜਾਣਾ ਹੈ। ਤਾਂ ਤੇ ਸੇਵੀਅਲੇ ਰਾਮ ਨਾ, ਰਸਨਾ ਰਾਮ ਨਾਮ ਹਿਤ ਜਾ ਕੇ ਕਹਾਂ ਕਰੇ ਜਮਨਾ ਰਹਾਓ। ਜਿਹਦਾ ਰਸਨਾ ਦੇ ਨਾਲ ਜਿਹੜਾ ਹੈਗਾ, ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈਗਾ ਜਿਹਦਾ, ਕਹਿੰਦੇ ਉਹਦਾ ਜਮ ਕੀ ਕਰ ਸਕਦਾ ਹੈ ਰਹਾਓ। ਉਹਨੂੰ ਜੂਨਾਂ ਦੇ ਵਿੱਚ ਨਹੀਂ ਆਊਗਾ ਉਹ ਦੁਬਾਰਾ। ਆਗਮ ਨਿਗਮ ਨਿਰਗਮ ਜੋਤਿਕ ਜਾਣੇ, ਬਹੁ ਬਹੁ ਵਿਆਕਰਨਾ। ਆਗਮ ਕਹਿੰਦੇ ਆ ਸ਼ਾਸਤਰ, 6 ਸ਼ਾਸਤਰ। ਨਿਰਗਮ ਕਹਿੰਦੇ ਆ ਇਹ ਜਿਹੜੇ ਹੈਗੇ ਵੇਦ। ਨਿਗਮ ਕਹਿੰਦੇ ਆ, ਨਿਰਗਮ ਕਹਿੰਦੇ ਆ ਜੋਤਿਕ, ਜੋਤਿਸ਼ ਸ਼ਾਸਤਰ ਬਥੇਰੇ ਕਹਿੰਦੇ। 6 ਸ਼ਾਸਤਰ ਵੀ ਜਾਣਦੇ ਆ, ਵੇਦ ਵੀ ਜਾਣਦੇ ਆ, ਜੋਤਿਸ਼ ਵੀ ਜਾਣਦੇ ਆ। ਬਹੁ ਬਹੁ ਵਿਆਕਰਨਾ, ਅਨੇਕਾਂ ਤਰ੍ਹਾਂ ਦੀ ਵਿਆਕਰਨ ਜਿਹੜੀ ਹੈਗੀ ਆ ਉਹ ਵੀ ਜਿਹੜੇ ਹੈਗੇ ਜਾਣਦੇ ਆ। ਤੰਤ ਮੰਤਰ ਸਭ ਔਖਦ ਜਾਣੇ, ਅੰਤ ਤਉ ਮਰਨਾ। ਔਰ ਅਨੇਕਾਂ ਹੀ ਤੰਤਰ ਮੰਤਰ, ਦਵਾਈਆਂ, ਸਾਰੀਆਂ ਔਸ਼ਧੀਆਂ ਵੀ ਜਾਣਦੇ ਆ। ਪਰ ਜਿਹੜਾ ਹੈਗਾ ਧਨਵੰਤਰੀ ਵੈਦ ਵੀ ਮਰ ਗਿਆ ਸੀ ਭਾਈ। ਕਹਿੰਦੇ ਅਖੀਰ 'ਚ ਤਾਂ ਸਾਰਿਆਂ ਨੇ ਮਰਨਾ ਹੀ ਮਰਨਾ ਹੈਗਾ ਭਾਈ।
ਫਿਰ ਕਿਉਂ ਨਾ ਜਿਹੜਾ ਹੈਗਾ ਤਾਂ ਤੇ ਸੇਵੀਲੇ ਰਾਮ ਨਾ, ਕਿਉਂ ਨਾ ਅਸੀਂ ਰਾਮ ਦੀ ਨਾਮ ਦੀ ਭਗਤੀ ਕਿਉਂ ਨਾ ਕਰੀਏ, ਪਰਮੇਸ਼ਰ ਦੀ ਭਗਤੀ ਜਿਹਦੇ ਨਾਲ ਕਿ ਸਾਨੂੰ ਦੁਬਾਰਾ ਜਿਹੜਾ ਹੈਗਾ ਦੁਬਾਰਾ ਜੀਵਨ ਦੇ ਵਿੱਚ ਨਹੀਂ ਆਉਣਾ ਪਊਗਾ, ਸੰਸਾਰ ਦੇ ਵਿੱਚ ਨਹੀਂ ਆਉਣਾ ਪਊਗਾ। ਕਿਉਂ ਨਾ ਇਹ ਕੰਮ ਕਰ ਲਈਏ ਜਿਹੜਾ ਕੰਮ ਲਾਜ਼ਮੀ ਆਪਾਂ ਨੂੰ ਕਰਨ ਵਾਲਾ ਹੈਗਾ, ਜਿਹੜਾ ਕੰਮ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਫਿਰ ਆਪਾਂ ਨੂੰ ਸਮਝਾ ਰਹੇ ਨੇ ਕਿ ਇਹ ਲੋਕ ਜਿਹੜੇ ਇਹਨਾਂ ਚੀਜ਼ਾਂ 'ਚ ਤੁਰੇ ਫਿਰਦੇ ਆ ਤੇ ਮਰਨ ਜੰਮ ਤੇ ਕੱਟਿਆ ਨਾ ਗਿਆ। ਹਾਂ, ਬੰਦਾ ਜਾਂ ਤੇ ਹੋਵੇ ਕਿ ਪ੍ਰਾਪਤੀ ਹੋ ਜੇ, ਪ੍ਰਾਪਤੀ ਤੇ ਹੋਈ ਕੋਈ ਨਾ। ਹੁਣ ਉਹਦਾ ਬੰਦਾ ਸੀ ਜਿਹੜਾ ਸੰਨਿਆਸੀ ਸੀ, ਸਾਰੀ ਜ਼ਿੰਦਗੀ ਤੋਂ ਉਹਨੇ ਇੱਥੇ ਕੱਢਤੀ ਆ ਗਊਸ਼ਾਲਾ ਦੇ ਵਿੱਚ, ਜਵਾਨੀ 'ਚ ਆਇਆ ਸੀ ਕਦੇ ਛੋਟੀ ਜਿਹੀ ਉਮਰੇ, ਅੱਜ ਉਹਦੀ ਉਮਰ 65 ਸਾਲ ਹੋ ਗਈ ਹੈ, ਕੁਝ ਪ੍ਰਾਪਤ ਨਹੀਂ ਹੋਇਆ ਉਹਨੂੰ। ਮੈਂ ਕੋਈ ਰੱਬ ਰੂਪ ਕੋਈ ਦਰਸ਼ਨ ਕੋਈ ਮਨ ਦੀ ਸ਼ਾਂਤੀ, ਮਨ ਦੀ ਤ੍ਰਿਪਤੀ ਕਹਿੰਦਾ ਨਹੀਂ ਹੋਈ। ਮੈਂ ਕਹਿੰਦਾ ਮੈਂ ਬ੍ਰਹਮਚਾਰੀ ਵੀ ਹਾਂ ਨਿਜਰ ਸਾਹਿਬ, ਦੇਖ ਲਓ ਮੈਂ ਕੁਝ ਪ੍ਰਾਪਤੀ ਕਹਿੰਦਾ ਕੁਝ ਵੀ ਨਹੀਂ ਹੈ। ਤਾਂ ਆਪ ਜੀ ਨੂੰ ਯਕੀਨ ਨਹੀਂ ਹੁੰਦਾ, ਜਾ ਕੇ ਵੇਖ ਲਓ ਇਹਨਾਂ ਲੋਕਾਂ ਕੋਲ, ਪੁੱਛੋ ਜਾ ਕੇ ਇਹਨਾਂ ਨੂੰ ਕੋਈ ਪ੍ਰਾਪਤ ਹੋਇਆ? ਕੁਛ ਨਹੀਂ ਪ੍ਰਾਪਤ ਹੋਇਆ। ਇਸ ਲਈ ਕਬੀਰ ਜੀ ਆਪਾਂ ਨੂੰ ਸਮਝਾ ਰਹੇ ਨੇ ਕਿ ਬਈ ਏਦਾਂ ਕੰਮ ਤੂੰ ਉਹ ਕਰ ਜਿਹਦੇ ਨਾਲ ਤੇਰਾ ਇਹ ਸਿਸਟਮ ਬੰਦ ਹੋਵੇ। ਤੇ ਜੇ ਤੂੰ ਮਤਲਬ ਹੁਣ ਇੱਥੇ ਚਾਹੇ ਰਾਜੇ ਆ ਚਾਹੇ ਕੋਈ ਵੀ ਆ, ਜੇ ਕਰੋ ਬਾਰ-ਬਾਰ ਇੱਕ ਉਹਦੀ ਟਿੰਡ ਵਾਲਾ ਹੀ ਕੰਮ ਕਰਨਾ ਹੈ ਤੇ ਫਾਇਦਾ ਕੀ ਹੋਇਆ? ਹੁਣ ਮੁਕਤ ਤੇ ਬੰਦਾ ਉਹੀ ਹੈ ਜਿਹੜਾ ਔਗੁਣਾਂ ਤੋਂ ਮੁਕਤ ਹੋਊਗਾ। ਇਹ ਮੁਕਤ ਥੋੜੀ ਹੋ ਸਕਦੇ ਆ ਜਿਹੜੇ ਬੰਦੇ ਸੰਸਾਰ ਦਾ ਤਿਆਗ ਕਰਕੇ ਜਾਂ ਆਪਣੀ ਅੰਦਰੀਆਂ ਤੇ ਕੰਟਰੋਲ ਕਰਦੀ ਆ। ਕਿ ਅੱਖਾਂ ਨੂੰ ਕੰਟਰੋਲ ਕਰਨ ਦੇ ਨਾਲ ਉਹ ਚੀਜ਼ ਬੰਦ ਹੁੰਦੀ ਆ? ਤੁਸੀਂ ਆਪ ਕੋਈ ਚੀਜ਼ ਵੇਖੋ, ਬਾਅਦ ਚ ਆਪਣੀ ਅੱਖਾਂ ਤੇ ਨਾ ਹੱਥ ਰੱਖ ਲਓ ਕਿ ਮੈਂ ਨਹੀਂ ਵੇਖਣਾ। ਵੇਖਿਓ ਚੀਜ਼ ਜਿਹੜੀ ਤੁਸੀਂ ਵੇਖਦੇ ਪਏ ਸੀ ਨਾ ਕਿੱਦਾਂ ਪ੍ਰਗਟ ਹੁੰਦੀ ਤੁਹਾਡੇ ਅੰਦਰ, ਡਬਲ ਹੋਊਗੀ। ਕਿਤੇ ਕੰਧ ਤੇ ਲਿਖਿਆ ਹੋਵੇ ਨਾ ਕਿਤੇ ਨਾ ਵੇਖੋ, ਕੋਈ ਮਾਈ ਦਾ ਲਾਲ ਹੋਊਗਾ ਜਿਹੜਾ ਬਿਨਾਂ ਵੇਖਾ ਲੰਘ ਜੂਗਾ। ਇਹ ਸੱਚ, ਕਿਉਂਕਿ ਸਾਡੇ ਅੰਦਰ ਕਿਉਰਿਓਸਿਟੀ ਪੈਦਾ ਹੋ ਜਾਂਦੀ ਆ ਤੇ ਉਹ ਚੀਜ਼ ਵੱਲ ਸਾਡਾ ਧਿਆਨ ਜਾਂਦਾ ਹੈ। ਜੇ ਤੁਸੀਂ ਅੱਖਾਂ ਬੰਦ ਕਰਕੇ ਲੰਘ ਵੀ ਗਏ ਨਾ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ, ਸਾਡੇ ਦਿਮਾਗ ਚੋਂ ਗੱਲ ਘੁੰਮਦੀ ਰਹਿਣੀ ਉੱਥੇ ਕੀ ਸੀ ਜਿਹੜਾ ਮੈਂ ਵੇਖਿਆ ਨਹੀਂ। ਤੋ ਇਹ ਗੱਲਬਾਤ ਆ। ਹਾਂ, ਕਹਿੰਦੇ ਨੇ ਕਿ ਇਹ ਸੰਸਾਰ ਏਦਾਂ ਹੀ ਇਹ ਆਪਣੇ ਆਪ ਨੂੰ ਉਲਝਾ ਲੈਂਦੇ ਨੇ ਲੋਕ ਤੇ ਉਹ ਆਪਣਾ ਸਮਾਂ ਏਦਾਂ ਹੀ ਬਰਬਾਦ ਕਰ ਲੈਂਦੇ ਨੇ ਆਮ ਕਰਮ ਕਾਂਡਾਂ ਦੇ ਵਿੱਚ। ਇਹ ਕਾਫੀ ਹੱਦ ਤੱਕ ਇਹ ਜਿਹੜਾ ਕੰਮ ਹੈ ਸਾਧ ਸੰਗਤ ਜੀ ਕਰਮ ਕਾਂਡ ਹੀ ਹੈਗਾ। ਬਿਲਕੁਲ ਬਾਹਰ ਦਾ ਸਾਰਾ ਜ਼ਿਆਦਾ ਆਊਟਪੁੱਟ ਦਿਖਾਵਟ ਜ਼ਿਆਦਾ ਹੁੰਦੀ ਆ, ਅੰਦਰ ਨਹੀਂ ਉਨੀ ਗੱਲਬਾਤ ਹੁੰਦੀ। ਜਦ ਕਿ ਧਰਮ ਦਾ ਮਤਲਬ ਹੀ ਅੰਦਰ ਹੈ, ਬਾਹਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਹਾਂਜੀ ਨਜੋ ਸਾਹਿਬ। ਹੋਰ ਦੇਖ ਲਓ, ਕਹਿੰਦੇ ਕਿ ਜਿਹੜੇ ਹੈਗੇ ਵੇਦ ਸ਼ਾਸਤਰ, ਜਿਹੜੇ ਧਾਰਮਿਕ ਗ੍ਰੰਥ ਵਾਲੇ ਪੜ੍ਹਨ ਵਾਲੇ, ਵਿਆਕਰਨ ਜਾਣਨ ਵਾਲੇ, ਤੰਤਰ ਮੰਤਰ ਵਾਲੇ ਜਿਹੜੇ ਹੈਗੇ, ਦਵਾਈਆਂ ਵਾਲੇ ਜਿਹੜੇ ਵੈਦ ਜਿਹੜੇ ਹੈਗੇ, ਇਹਨਾਂ ਨੇ ਵੀ ਮਰਨਾ ਹੈ। ਹੁਣ ਦੂਜੀ ਕੈਟੇਗਰੀ ਕਹਿੰਦੇ ਚਲੋ ਚਲੋ ਇਹ ਤਾਂ ਜਿਹੜੇ ਹੋ ਗਏ ਜਿਹੜੇ ਰੱਬ ਦੇ ਪਾਸੇ ਲੱਗੇ ਹੋਏ ਆ। ਹੁਣ ਦੂਸਰੇ ਪਾਸੇ ਕਹਿੰਦੇ ਕਬੀਰ ਜੀ ਕਹਿੰਦੇ ਆ ਕਿ ਰਾਜ ਭੋਗ ਔਰ ਛਤਰ ਸਿੰਘਾਸਨ ਬਹੁਤ ਸੁੰਦਰ ਰਮਨਾ। ਕਹਿੰਦੇ ਲਓ ਆਹ ਕੈਟੇਗਰੀ ਵੀ ਲੈ ਲਓ ਭਾਈ। ਵੱਡੇ ਵੱਡੇ ਰਾਜੇ ਭੋਗੀ, ਇੰਨੇ ਛਤਰ ਸਿੰਘਾਸਨ, ਇੰਨੇ ਨੌਕਰ ਚਾਕਰ, ਇੰਨੀਆਂ ਰਾਣੀਆਂ ਆ, ਇੰਨਾ ਹਰਮ ਭਰਿਆ ਪਿਆ ਆ। ਸੁੰਦਰ ਰਮਣਾ ਕਹਿੰਦੇ ਸੁੰਦਰ ਸੁੰਦਰ ਨਾਰੀਆਂ ਦਾ, ਪਾਨ ਕਪੂਰ ਸੁਬਾਸਕ ਚੰਦਨ ਅੰਤ ਤੋਂ ਮਰਨਾ। ਕਹਿੰਦੇ ਇੰਨੇ ਸੋਹਣੇ ਸੋਹਣੇ ਜਿਹੜੇ ਹੈਗੇ ਇਹ ਸੁਗੰਧਿਤ ਚੀਜ਼ਾਂ ਯੂਜ਼ ਕਰਦੇ ਆ, ਸਰੀਰ ਦੇ ਉੱਤੇ ਸੈਂਟ ਚੰਦਨ ਛਿੜਕਦੇ ਆ, ਪਾਨ ਕਪੂਰ ਖਾਂਦੇ ਆ। ਕਹਿੰਦੇ ਅੰਤ ਤੋਂ ਮਰਨਾ। ਕਹਿੰਦੇ ਇਹਨਾਂ ਨੇ ਵੀ ਮਾਰੀ ਜਾਣਾ ਹੈ, ਇਹਨਾਂ ਨੇ ਵੀ ਮਾਰੀ ਜਾਣਾ ਹੈ। ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂੰ ਨਾ ਉਬਰਨਾ। ਕਹਿੰਦੇ ਮੈਂ ਸਾਰੇ ਧਾਰਮਿਕ ਗ੍ਰੰਥ ਖੋਜ ਕੇ ਦੇਖ ਲਏ ਆ। ਇਹ ਗ੍ਰੰਥ ਪੜ੍ਹਨ ਦੇ ਨਾਲ ਜਿਹੜਾ ਹੈਗਾ, ਵੇਦ ਪੁਰਾਣ ਸਿਮਰਤ ਸ਼ਾਸਤਰ ਪੜ੍ਹਨ ਦੇ ਨਾਲ, ਇਹਨਾਂ ਨੂੰ ਖੋਜਣ ਦੇ ਨਾਲ ਜਿਹੜਾ ਹੈਗਾ ਨਹੀਂ ਉੱਭਰ ਸਕਦੇ ਜਦ ਤੱਕ ਕਿ ਜੋ ਇਹ ਕਹਿ ਰਹੇ ਆ ਉਹ ਕਾਰਵਾਈ ਨਹੀਂ ਕਰਦੇ ਆਪਾਂ। ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂੰ ਨਾ ਉਬਰਨਾ। ਕਹਿੰਦੇ ਇਹਨਾਂ ਨੂੰ ਖੋਜਣ ਦੇ ਨਾਲ, ਇਹਨਾਂ ਨੂੰ ਪੜ੍ਹਨ ਦੇ ਨਾਲ, ਇਹਨਾਂ ਦਾ ਗਿਆਨ ਲੈਣ ਦੇ ਨਾਲ ਵੀ ਨਹੀਂ ਉੱਭਰ ਸਕਦੇ। ਕਹੋ ਕਬੀਰ ਇਉਂ ਰਾਮੇ ਜੰਪੋਂ ਮੇਟ ਜਨਮ ਮਰਨਾ। ਕਹਿੰਦੇ ਇਹਨਾਂ ਤੋਂ ਗਿਆਨ ਲੈ ਕੇ ਤੇ ਰਾਮ ਦਾ ਨਾਮ ਜਪਣਾ ਚਾਹੀਦਾ ਹੈ ਭਾਈ, ਧਿਆਨ ਸਿਮਰਨ ਕਰਨਾ ਚਾਹੀਦਾ ਹੈ, ਮਨ ਖੜਾ ਕਰਨਾ ਚਾਹੀਦਾ ਹੈ। ਤੇ ਕਹਿੰਦੇ ਮੇਟ ਜਨਮ ਮਰਨਾ, ਇਸ ਤਰ੍ਹਾਂ ਜਨਮ ਮਰਨ ਦਾ ਜਿਹੜਾ ਹੈਗਾ ਸਾਈਕਲ ਟੁੱਟ ਜਾਂਦਾ ਹੈ, ਮਿਟ ਜਾਂਦਾ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਇੱਥੇ ਫਿਰ ਉਹਨਾਂ ਨੇ ਬੜਾ ਸੋਹਣਾ ਸਾਨੂੰ ਸਮਝਾਇਆ। ਕਹਿੰਦੇ ਆ ਕਿ ਪਹਿਲੀ ਗੱਲ ਤੇ ਇਹ ਸਾਰੇ ਜਤੀ ਸ਼ਤੀ ਸਾਰੇ ਲੈ ਲਏ ਉਹਨਾਂ, ਤੰਤਰ ਮੰਤਰ ਸਭ
ਜਿਹੜੇ ਕਰਦੇ ਨੇ ਲੋਕ। ਹੁਣ ਵੇਖੋ ਕਈ ਤੰਤਰ, ਵੇਖੋ ਤੰਤਰ ਵਿਦਿਆ ਵੀ ਹੈਗੀ ਹੈ, ਬਿਲਕੁਲ, ਤੇ ਉਹ ਵੀ ਕਰਦੇ ਫਿਰਦੇ ਆ, ਓੜ ਪੁੜ ਕਰਦੇ ਆ। ਫਿਰ ਰਾਜ ਭੋਗ ਆ ਔਰ 70 ਸਿੰਘਾਸਨ ਆ, ਫਿਰ ਬਹੁਤ ਸੁੰਦਰ ਰਮਣਾ, ਉਹ ਵੇਖੋ ਉਹ ਮਹਿਲਾਂ 'ਚ ਰਹਿਣ ਵਾਲੇ ਆ। ਉਹ ਵੀ ਇਸੇ ਹੀ ਤਰ੍ਹਾਂ ਹੀ ਸੰਸਾਰ ਤੋਂ ਆ ਰਹੇ ਨੇ, ਜਾ ਰਹੇ ਨੇ। ਮਤਲਬ ਗਿਆਨ ਨਹੀਂ ਆ ਉਹਨਾਂ ਨੇ, ਕਿਤੇ ਸੋਚਿਆ ਹੀ ਨਹੀਂ ਕਿ ਇਹ ਇੰਨਾ ਸੁੱਖ ਸਹੂਲਤ ਆ, ਕਮ ਸੇ ਕਮ ਥੋੜਾ ਵਿਵੇਕ ਤੋਂ ਕੰਮ ਲਈਏ, ਵੇਖੀਏ ਤੇ ਸਹੀ ਹੈ ਸੰਸਾਰ ਕੀ ਹੈ। ਪਰ ਉਹ ਵੀ ਨਹੀਂ ਧਿਆਨ ਦਿੰਦੇ। ਔਰ ਇਸੇ ਤਰ੍ਹਾਂ ਹੀ ਉਹ ਕਿਰਿਆ ਦੇ ਵਿੱਚ ਘੁੰਮ ਰਹੇ ਨੇ। ਫਿਰ ਅਗਲੇ ਬੰਨੇ ਕਹਿੰਦੇ ਨੇ ਪਾਨ ਕਪੂਰ ਸੁਬਾਸਕ, ਬਹੁਤ ਵਾਸਨਾ ਸੋਹਣੀ ਸੁਗੰਧ ਵਾਲੇ, ਜਿਹੜੇ ਚੰਦਨ ਅੰਤ ਤੋਂ ਮਰਨਾ, ਆਹ ਚੀਜ਼ਾਂ ਯੂਜ਼ ਕਰਨ ਵਾਲੇ, ਇਹ ਵੀ ਕਹਿੰਦੇ ਮਰਨਾ ਤਾਂ ਇਹਨਾਂ ਨੇ ਵੀ ਆ। ਹਾਂ, ਹੁਣ ਕਈ ਬੰਦੇ ਵੇਖ ਲਓ, ਉਹਨਾਂ ਨੇ ਨਾ ਸਾਰੀ ਜ਼ਿੰਦਗੀ ਆਪਣੇ ਸਰੀਰ ਨੂੰ ਹੀ ਸ਼ਿੰਗਾਰਿਆ। ਇਹ ਨਾ ਸ਼ਿੰਗਾਰ ਬਹੁਤ ਦੁਨੀਆ ਕਰਦੀ ਸੀ। ਹੁਣੇ ਵੀ ਵੇਖੋ, ਤੁਸੀਂ ਦੇਖੋ ਹੁਣ ਘਟ ਗਿਆ। ਲੋਕੀ ਜਨਾਨੀਆਂ 3-3 ਘੰਟੇ 4-4 ਘੰਟੇ ਮੇਕਅਪ ਕਰੀ ਜਾਂਦੀਆਂ ਕੀ ਹੈ? ਉਹ ਚਿਹਰਾ ਬਦਲ ਜਾਣਾ, ਉਹੀ ਰਹਿਣਾ। ਸਾਦਾ ਬੰਦਾ ਕਿਹੜਾ ਸੋਹਣਾ ਲੱਗਦਾ, ਪਰ ਬੰਦੇ ਹਟਦੇ ਨਹੀਂ। ਬੰਦੇ ਵੇਖੋ ਕਿੱਦਾਂ ਇਹ ਦਾੜੀ ਤੇ ਰੰਗ ਪਤਾ ਨਹੀਂ, ਕੋਸ਼ਿਸ਼ ਕਰਦਾ ਕਿ ਉਹਦਾ ਪੁੱਤ ਕਿ ਚਿੱਟਾ ਵਾਲ ਆਵੇ ਨਾ, ਪਰ ਇੱਕ ਟਾਈਮ ਉਹਦਾ ਸਾਰੀ ਦਾੜੀ ਚਿੱਟੀ ਹੋ ਜਾਂਦੀ ਮੁੜ ਕੇ। ਅਜਰ ਸਾਹਿਬ, ਹਾਂ, ਚਿੱਟੀ ਕੁਕੜੀ ਚੁੱਕ ਚਿੱਟੇ ਪੈਰ, ਚੱਲ ਮੇਰੀ ਕੁਕੜੀ ਸ਼ਹਿਰੋ ਸ਼ਹਿਰ, ਫਿਰ ਕੀ ਕਰ ਲੂਗਾ? ਫਿਰ ਸਾਰੀ ਚਿੱਟੀ ਹੋ ਜਾਂਦੀ, ਫਿਰ ਸਾਰੀ ਦਾੜੀ ਰੰਗ ਲੈਂਦਾ। ਕਰਦਾ ਕੀ ਪਿਆ ਵਾ ਕਿ ਕਿਸੇ ਤਰੀਕੇ ਨਾਲ ਉਹ ਆਪਣੇ ਆਪ ਨੂੰ ਭੁੱਲਣਾ ਚਾਹੁੰਦਾ, ਪਰ ਪ੍ਰਕਿਰਤੀ ਬੜੀ ਖਤਰਨਾਕ ਆ। ਉਹ ਮੂੰਹ ਤੇ ਝੁਰੜੀਆਂ ਲੈ ਆਉਂਦੀ ਆ, ਫਿਰ ਡਾਕਟਰ ਕੋਲ ਜਾਂਦਾ, ਕਹਿੰਦਾ ਪਲਾਸਟਿਕ ਸਰਜਰੀ ਕਰੋ, ਝੁਰੜੀਆਂ ਹਟਾ ਦਿਓ। ਕਿ ਕਿਸੇ ਤਰੀਕੇ ਨਾਲ ਮੈਂ ਇਸ ਆਪਣੀ ਜਿਹੜੀ ਉਮਰ ਵੱਧ ਰਹੀ ਆ, ਉਹ ਅੰਦਰ ਦਾ ਜੀਵ ਤੇ ਤੁਹਾਡਾ ਥੋੜੀ ਬੁੱਢਾ ਹੁੰਦਾ, ਉਹ ਬੜਾ ਪੁਰਾਣਾ ਜੀਵ ਹੈਗਾ, ਉਹਨੇ ਨਹੀਂ ਬੁੱਢਾ ਹੋਣਾ। ਤੇ ਉਹ ਚਾਹੁੰਦਾ ਸਰੀਰ ਵੀ ਨਾ ਬੁੱਢਾ ਹੋਵੇ, ਇਹਨੂੰ ਮੈਂ ਵਰਤਾਂ। ਇਹ ਟਾਂਗਾ ਨਹੀਂ ਹੁੰਦਾ, ਟਾਂਗਾ ਟਾਂਗੇ ਤੇ ਕਦੀ ਘੋੜਾ ਹੁੰਦਾ। ਉਹ ਘੋੜੇ ਦਾ ਮਤਲਬ ਇਹ ਹੋਊ ਕਿ ਟਾਂਗਾ ਸੈੱਟ ਰਵੇ ਥੋੜਾ ਬਹੁਤਾ, ਤੇ ਮੈਂ ਆਪਣੇ ਕੰਮ ਚਲਾਉਂਦਾ ਰਹਾਂ। ਹੁਣ ਇਹ ਜੀਵ ਨੇ ਇਹਨੂੰ ਵਰਤਣਾ ਸਰੀਰ ਨੂੰ। ਉਹ ਫਿਰ ਕਹਿੰਦੇ ਕਿ ਇਹ ਵੀ ਜਿਹੜਾ ਬੰਦਾ ਭੋਗੀ ਆ, ਉਹ ਵੀ ਵੇਖ ਲਓ, ਉਹ ਵੀ ਚੱਲ ਜਾਂਦਾ ਸੰਸਾਰ ਤੋਂ, ਭੋਗਾਂ ਨੂੰ ਭੋਗਦਾ। ਤੇ ਜਿਹੜਾ ਸੁੰਦਰ ਆਪਣੇ ਆਪ ਨੂੰ ਸ਼ਿੰਗਾਰਦਾ ਰਹਿੰਦਾ, ਉਹ ਵੀ ਚੱਲ ਜਾਂਦਾ। ਉਹ ਵੀ ਨਹੀਂ ਸੋਚਦਾ ਕਿ ਇਹ ਮਤਲਬ ਸੰਸਾਰ ਕੀ ਹੈ, ਇਹ ਕੀ ਹੈ ਪ੍ਰਕਿਰਤੀ, ਤੇ ਗ੍ਰੰਥ ਕੀ ਕਹਿਣਾ ਚਾਹੁੰਦੇ ਆ। ਤੇ ਫਿਰ ਅਗਲੀ ਤੁਕ ਚ ਬੋਲਣ ਨਿਜਰ ਸਾਹਿਬ, ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂ ਨਾ ਉਬਰਨਾ। ਕਹਿੰਦੇ ਮੈਂ ਸਾਰੇ ਖੋਜ ਕੇ ਦੇਖ ਲਏ, ਕਿਸੇ ਤਰੀਕੇ ਦੇ ਨਾਲ ਉੱਭਰ ਨਹੀਂ ਸਕਦਾ ਇਨਸਾਨ। ਇੱਕੋ ਹੀ ਤਰੀਕਾ ਹੈਗਾ ਉੱਭਰਨ ਦਾ। ਕਹੋ ਕਬੀਰ, ਇਉਂ ਰਾਮ ਮੈਂ ਜੰਪੋਂ ਮੇਟ ਜਨਮ ਮਰਨਾ। ਬਸ ਧਿਆਨ ਸਿਮਰਨ ਰਾਮ ਦੀ, ਪਰਮੇਸ਼ਰ ਦੀ ਭਗਤੀ, ਕਹਿੰਦੇ ਉਹਦੇ ਨਾਲ ਹੀ ਜਨਮ ਮਰਨ ਮਿਟ ਸਕਦਾ ਹੈ। ਹੋਰ ਕੋਈ ਆਪਸ਼ਨ ਹੈ ਹੀ ਨਹੀਂ। ਮਾਲਕ ਨੇ ਹੋਰ ਕੋਈ ਰਸਤਾ ਰੱਖਿਆ ਹੀ ਨਹੀਂ, ਬਣਾਇਆ ਹੀ ਨਹੀਂ। ਹਾਂਜੀ ਵੀਰ। ਇਸ ਤੋਂ ਬਾਅਦ ਫਿਰ ਵੇਖੋ ਕਿੱਡੀ ਸਟਰੋਂਗ ਤੁਕ ਲੱਗੇ ਨੇ। ਉਹ ਕਹਿੰਦੇ ਵੇਦ ਪੁਰਾਣ ਪਤਾ ਨਾ, ਹਿੰਦੂਆਂ ਦੇ ਗ੍ਰੰਥ ਨੇ ਇਹ ਵੇਦ, 4 ਵੇਦ, ਸਿਮਰਤੀਆਂ ਸਭ ਖੋਜੇ, ਕਹੂ ਨਾ ਉਬਰਨਾ। ਉਹ ਕਹਿੰਦੇ ਮੈਂ ਪੜ ਕੇ ਉਹ ਸਾਰਾ ਪੜਿਆ ਵਾ, ਸਾਰੇ ਗ੍ਰੰਥ। ਕਿਉਂਕਿ ਉਹ ਬੈਠੇ ਕਿੱਥੇ? ਕਾਸ਼ੀ ਵਿੱਚ ਬੈਠੇ, ਕਾਸ਼ੀ 'ਚ ਗ੍ਰੰਥ ਪਏ ਸਾਰੇ। ਔਰ ਉਹ ਕਹਿੰਦੇ ਮੈਂ ਸਾਰੇ ਪੜ੍ਹ ਕੇ ਵੇਖ ਲਏ ਜੀ, ਉਹ ਕਿਤੇ ਨਹੀਂ ਲਿਖਿਆ ਕਿ ਉੱਭਰਨਾ ਕਿੱਦਾਂ। ਨਾ ਉਹਨਾਂ ਨੂੰ ਪੜ੍ਹ ਕੇ ਤੁਸੀਂ ਉੱਭਰ ਸਕਦੇ ਜੋ ਨਿਜਰ ਸਾਹਿਬ। ਜਿੰਨਾ ਚਿਰ ਤੱਕ ਤੁਸੀਂ ਉਸ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਪਰ ਉਸ ਸਮੇਂ 'ਚ ਕੇਵਲ ਉਹਨੂੰ ਪੜ੍ਹਨ ਤੱਕ ਹੀ ਗੱਲ ਖਤਮ ਸੀ। ਉਹਨੂੰ ਛੱਡ ਦੋ, ਉਹ ਤੇ ਗੱਲਾਂ ਬੀਤ ਗਈਆਂ। ਅੱਜ ਤੋਂ 8 ਤੋਂ 1000 1500 ਸਾਲ ਪਹਿਲਾਂ ਦੀ ਗੱਲ ਸੀ। ਹੁਣ ਕਿਹੜੇ ਬੰਦੇ ਸੁਧਰ ਗਏ? ਹੁਣ ਵੀ ਆਪਾਂ ਉਹ ਕੁਝ ਕਰ ਰਹੇ ਹਾਂ। ਬਿਲਕੁਲ ਉਹ ਕੁਝ ਕਰ ਰਹੇ। ਨਾਲੇ ਦੇਖ ਲਓ ਇੰਨਾ ਜਿਹੜਾ ਹੈਗਾ ਆਪਣੇ ਕੋਲ ਰਿਵੋਲੂਸ਼ਨਰੀ ਗਿਆਨ ਹੈਗਾ, ਇੰਨਾ ਜ਼ਬਰਦਸਤ ਗਿਆਨ ਹੈਗਾ, ਬ੍ਰਹਮ ਗਿਆਨ। ਔਰ ਜਿਹੜਾ ਹੈਗਾ ਇਹ ਕਰਮਕਾਂਡ ਪੂਰੇ ਕੱਟ ਰਿਹਾ ਹੈ। ਆਹ ਗਿਆਨ ਦੇ ਹੁੰਦੇ ਹੋਏ ਵੀ ਜਿਹੜਾ ਹੈਗਾ ਦੇਖ ਲਓ ਆਪਾਂ ਫਿਰ ਉੱਥੇ ਦੇ ਉੱਥੇ, ਗੱਡੀ ਉੱਥੇ ਦੀ ਉੱਥੇ ਖੜੀ ਆ ਭਾਈ, ਪਰਨਾਲਾ ਉੱਥੇ ਦੇ ਉੱਥੇ ਹੀ ਹੈਗਾ। ਹਾਂਜੀ ਵੀਰ। ਤੇ ਇੱਥੇ ਤੁਸੀਂ ਅੱਜ ਕਿਸੇ ਨੂੰ ਸਮਝਾਓ, ਇਹਨੂੰ ਕਹਿ ਦੋ ਕਿ ਗ੍ਰੰਥ ਸਾਹਿਬ 'ਚ ਦੇ ਲਿਖਿਆ, ਅਗਲੇ ਮੰਨਦੇ ਆ ਨਾ? ਉਹ ਕਹਿੰਦੇ ਲਿਖਿਆ ਹੀ ਨਹੀਂ। ਕਿੱਥੇ ਲਿਖਿਆ? ਬਸ ਸਾਰਾ ਦਿਨ ਪੜ੍ਹਦੇ ਆ ਲਾਵਾਂ ਫੇਰੇ। ਕਿੰਨੇ ਨਹੀਂ ਸੁਣੇ? ਉਹ ਜਿਹੜੀਆਂ ਲਾਵਾਂ ਫੇਰੇ, ਉਹ ਤੇ ਪ੍ਰਮਾਤਮਾ ਨਾਲ ਲਾਵਾਂ ਫੇਰੇ ਹੋਣ ਦੀ ਗੱਲ ਕੀਤੀ ਸੀ। ਜੀਵ ਦੀ ਆਤਮਾ ਦੇ ਨਾਲ ਲਾਵਾਂ ਫੇਰੇ ਹੋਣੇ, ਪਰਮੇਸ਼ਰ ਦੇ ਨਾਲ। ਪਰ ਆਪਾਂ ਇੱਥੇ ਵਿਆਹ ਦੇ ਸੋਚਦੇ ਆ ਕਿ ਇਹ ਮੁੰਡੇ ਤੇ ਕੁੜੀ ਦਾ ਵਿਆਹ ਕਰਾਤਾ, ਇਹੋ ਲਾਵਾਂ ਫੇਰੇ। ਪਰ ਬਾਣੀ ਜਿਹੜੀ ਆ ਨਾ, ਬਾਣੀ ਸਾਨੂੰ ਕਹਿੰਦੀ ਆ ਵਿਚਾਰ ਕਰੋ, ਅੱਖਾਂ ਬੰਦ ਕਰਕੇ ਨਾ ਪੜ੍ਹੀ ਜਾਏ ਇਹਨੂੰ। ਇਸ ਕਰਕੇ ਕਹਿੰਦੇ ਕਿ ਕਦੋਂ ਲੈਣੀ ਪੜ੍ਹ, ਕਮ ਸੇ ਕਮ ਇਹ ਸਮਝਣ ਦੀ ਕੋਸ਼ਿਸ਼ ਕਰ ਕਿ ਅੰਦਰ ਕੀ ਲਿਖਿਆ। ਤੇ ਬਾਣੀ ਤੇ ਉਹ ਕਹਿੰਦੀ ਆ ਬੰਦਗੀ ਕਰਨੀ ਚਾਹੀਦੀ ਹੈ ਤੈਨੂੰ, ਹਨਾ।
ਤੇ ਫਿਰ ਤੈਨੂੰ ਮਰਨ ਜੰਮਣ ਤੋਂ ਮੁਕਤੀ ਮਿਲ ਜਾਏਗੀ ਔਰ ਤੈਨੂੰ ਪਰਮ ਜੀਵਨ ਦੀ ਪ੍ਰਾਪਤੀ ਵੀ ਹੋਊਗੀ। ਮਰਨ ਜੰਮਣ ਤੋਂ ਮੁਕਤੀ ਇੱਕ ਅਲੱਗ ਚੀਜ਼ ਹੈ। ਉਸ ਤੋਂ ਇਲਾਵਾ ਵੀ ਇੱਕ ਬੜਾ ਸ਼ਾਨਦਾਰ ਜੀਵਨ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਬੰਦਾ ਬੰਦਗੀ ਕਰਦਾ। ਦੇਖੋ ਆਪ ਕਿਤੇ ਸੋਚੋ, ਇਹ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਰਾਗ ਤੋਂ, ਦਵੈਸ਼ ਤੋਂ ਜਿਹੜਾ ਬਿਨਾਂ ਜੀਵਨ ਹੋਊਗਾ ਕਿੱਡਾ ਜ਼ਬਰਦਸਤ ਜੀਵਨ ਹੋਊਗਾ ਨਿੱਜਰ ਸਾਹਿਬ। ਇੱਕਦਮ ਕਮਲ ਦੇ ਫੁੱਲ ਵਾਂਗ ਸੰਸਾਰ ਹੈਗਾ, ਤੁਸੀਂ ਵੀ ਹੈਗੇ ਜੋ, ਪਰ ਇੱਕਦਮ ਨਿਤਰਿਆ ਪਿਆ ਉੱਪਰ। ਜਿੱਥੇ ਮਿਰਗਾਬੀ ਕਹਿੰਦੇ ਨਾ ਪਾਣੀ 'ਚ ਜਾਂਦੀ ਆ ਤੇ ਉਹਨੂੰ ਪਾਣੀ ਲੱਗਦਾ ਹੀ ਨਹੀਂ, ਉਹਦੇ ਪਰਾਂ ਨੂੰ ਪਾਣੀ 'ਚ ਡੁੱਬੀ ਮਾਰਦੀ ਆ। ਉਸੇ ਤਰ੍ਹਾਂ ਬ੍ਰਹਮ ਗਿਆਨੀ ਆ, ਉਹ ਰਹਿੰਦਾ ਵਾ ਕਮਲ ਦੇ ਫੁੱਲ ਵਾਂਗੂ ਨਿਰਲੇਪ ਰਹਿੰਦਾ ਹੈ, ਸੰਸਾਰ 'ਚ ਰਹੂਗਾ, ਉਹਨੂੰ ਕੋਈ ਚਿੱਕੜ ਨਹੀਂ ਚਿੰਮੜਦਾ ਕਿਉਂਕਿ ਬਹੁਤ ਉੱਚਾ ਉੱਠ ਗਿਆ ਉਹ ਚਿੱਕੜ ਦੀ ਪਹੁੰਚ ਉੱਥੇ ਨਹੀਂ ਹੈਗਾ ਚਿੱਕੜ ਦੇ ਵਿੱਚ। ਇਹ ਖਾਸ ਕਰਕੇ ਜਿਹੜਾ ਕਮਲ ਦਾ ਫੁੱਲ ਆ ਕੇਵਲ ਸਾਨੂੰ ਸਮਝਾਉਣ ਵਾਸਤੇ ਪੈਦਾ ਕੀਤਾ ਗਿਆ ਪ੍ਰਕਿਰਤੀ ਵੱਲੋਂ ਨਿੱਜਰ ਸਾਹਿਬ। ਓਦਾਂ ਕੋਈ ਕਾਰਨ ਨਹੀਂ ਸੀ ਕਿ ਬੰਦੇ ਨੂੰ ਉਦਾਹਰਨ ਦੇਣ ਵਾਸਤੇ ਕੋਈ ਚੀਜ਼ ਤੇ ਚਾਹੀਦੀ ਹੈ ਨਾ। ਬਿਲਕੁਲ। ਫਿਰ ਉਹਨਾਂ ਨੇ ਕਮਲ ਦਾ ਫੁੱਲ ਬਣਾਇਆ ਪ੍ਰਮਾਤਮਾ ਨੇ ਕਿ ਬਈ ਤੂੰ ਏਦਾਂ ਕਰ, ਇਹ ਕਮਲ ਦਾ ਫੁੱਲ ਵੇਖ, ਇੱਕ ਚਿੱਕੜ ਚੁੱਕੇ। ਬੰਦੇ ਨੂੰ ਸਮਝਾਉਣ ਦੇ ਲਈ ਪ੍ਰਕਿਰਤੀ ਨੇ A to Z ਅਰੇਂਜਮੈਂਟ ਕੀਤਾ। ਇੱਥੋਂ ਦੇਖੋ ਆਪਾਂ ਗ੍ਰੰਥ ਰਚੇ, ਤੁਸੀਂ ਰਚੇ ਜੇ ਮੈਂ ਰਚਿਆ ਵਾ ਜਾਂ ਨਿੱਜਰ ਸਾਹਿਬ ਨੇ ਰਚਿਆ, ਇਹ ਤੇ ਪਹਿਲਾਂ ਹੀ ਪਏ ਆ। ਇਹ ਕਿੱਥੋਂ ਆਏ? ਹੱਥ ਕਰਕੇ ਇਹਨੇ ਪੈਦਾ ਕੀਤੇ ਤੇ ਤਾਂ ਹੀ ਇਹਨੂੰ ਪ੍ਰੇਰਨਾ ਮਿਲੀ ਤੇ ਤਾਂ ਹੀ ਤੇ ਕੰਮ ਹੋਣ ਦਿਆ। ਇਹ 4 ਵੇਦ ਲਿਖੇ ਨੇ, ਗ੍ਰੰਥ ਲਿਖੇ ਨੇ, ਉਪਨਿਸ਼ਦ ਲਿਖੇ ਨੇ, ਸ਼ਾਸਤਰ ਲਿਖੇ ਨੇ। ਇਹ ਕਿੰਨੇ ਲਿਖੇ ਨੇ? ਆਲਰੇਡੀ ਸਾਡੇ ਤੋਂ ਪਹਿਲੇ ਹੀ ਮੌਜੂਦ ਨੇ ਸਾਨੂੰ ਸਮਝਾਉਣ ਦੇ ਵਾਸਤੇ। ਪਰ ਬਾਣੀ ਤੇ ਕਹਿੰਦੀ ਹੈ ਕਿ ਇਹ ਬ੍ਰਹਮ ਵਿਚਾਰ ਤੇ ਬਿਰਲਾ ਵਿਚਾਰੇ। ਕੋਈ ਬਿਰਲਾ ਬੰਦਾ ਵਿਚਾਰਦਾ ਹੈ ਬਾਣੀ ਨੂੰ, ਕਿਉਂਕਿ ਇਹਨੂੰ ਵਿਚਾਰਨ ਦਾ ਮਤਲਬ ਹੈ ਕਿ ਉਹ ਬਾਣੀ ਨੇ ਤਾਂ ਕਹਿਣਾ ਬਈ ਤੂੰ ਇਹਨਾਂ ਚੀਜ਼ਾਂ ਦਾ ਤਿਆਗ ਕਰ, ਤੇ ਬੰਦਾ ਉਹਨਾਂ ਨੂੰ ਤਿਆਗ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਤੇ ਵੇਖਿਆ ਨੀ ਮਾਇਆ ਇਹਦੇ ਵਿਚਾਰ ਬੈਠੀ ਆ ਤੇ ਉਹਦੇ 5 ਜਿਹੜੇ ਚੇਲੇ ਚਪਟੇ ਆ ਉਹ ਕਿਤਾਬ ਦੇ ਲਾ ਕੇ ਬੈਠੇ, ਮੰਡਲੀ ਲਾ ਕੇ ਬੈਠੇ ਆ। ਬੰਦਾ ਤਾਂ ਉਹਨਾਂ ਦੇ ਵਿੱਚ ਬੈਠਾ ਨਿੱਜਰ ਸਾਹਿਬ, ਬਿਲਕੁਲ ਬੈਠਾ ਹੈ। ਉਹਨਾਂ ਦੇ ਅੰਦਰ ਹੀ ਬੰਦੇ ਦੇ ਤਾਂ ਹੈਗੇ ਸਾਰੇ ਇਹ ਮਾਇਆ। ਬੰਦਾ ਉਹਨਾਂ ਦੇ ਵਿੱਚ ਬੜਾ ਖੁਸ਼ ਆ। ਕੋਈ ਕਾਮ ਦਾ ਵਿਚਾਰ ਆਉਂਦਾ ਹੈ, ਕ੍ਰੋਧ ਦਾ ਆਉਂਦਾ ਹੈ, ਲੋਭ ਦਾ ਆਉਂਦਾ ਹੈ, ਮੋਹ ਦਾ ਆਉਂਦਾ ਹੈ, ਹੰਕਾਰ ਦਾ ਆਉਂਦਾ ਹੈ। ਸਾਰਾ ਦਿਨ ਵੇਖੋ ਆਪਾਂ ਕੀ ਕਰਦੇ ਰਹਿੰਦੇ ਆ। ਆਪਾਂ ਲੋਕਾਂ ਨੇ ਈਰਖਾ ਕਰਦੇ ਆ। ਦੇਖੋ ਉਹਨੂੰ ਆਪਾਂ ਕੀ ਕਹਿ ਲੈਣਾ, ਇੱਕ ਤੇ ਇਹਨੂੰ ਆਪਾਂ ਨੁਕਸਾਨ ਪਹੁੰਚਾਉਣਾ ਨਹੀਂ ਨਿੱਜਰ ਸਾਹਿਬ, ਉਹ ਤੇ ਬੜੀ ਵੱਡੀ ਗੱਲ ਆ। ਜਦੋਂ ਆਪਾਂ ਦੂਜੇ ਲਈ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਨਾ, ਉਸੇ ਟਾਈਮ ਹੀ ਆਪਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਡੈ ਪੈਂਦੇ ਆ। ਬਿਲਕੁਲ ਗੋਰਖੀ ਸਾਹਿਬ, ਕਿਉਂਕਿ ਆਪਣੇ ਅੰਦਰ ਉਹ ਚੀਜ਼ ਘੁੰਮਣ ਲੱਗ ਪਈ ਨਾ। ਐਕਚੁਅਲੀ ਆਪਾਂ ਜਿਹੜੇ ਹੈਗੇ ਨੈਗੇਟਿਵਿਟੀ ਦੇ ਪ੍ਰਭਾਵ ਦੇ ਅਧੀਨ ਆ ਗਏ ਆ ਆਪਾਂ। ਹਾਂ, ਉਹਨੂੰ ਤਾਂ ਪਤਾ ਵੀ ਨਹੀਂ। ਆਪਾਂ ਇੱਥੇ ਬੈਠੇ ਹੁਣ ਤਵਾ ਸੜੂਗਾ ਤਾਂ ਕਿਹਨੂੰ ਸੜੂਗਾ? ਆਪਣੇ ਆਪ ਨੂੰ ਸੜੂ। ਹੁਣ ਕਹਿੰਦੇ ਨੇ ਕਿ ਆਪਣੇ ਪੁਰਾਣੇ ਜ਼ਮਾਨਿਆਂ 'ਚ ਕਹਿੰਦੇ ਹਾਂਡੀ 'ਚ ਜੇ ਕੋਈ ਚੀਜ਼ ਉਬਲਦੀ ਤਾਂ ਕਿਸੇ ਦਾ ਨੁਕਸਾਨ ਥੋੜੀ, ਉਹਦੇ ਆਪਣੇ ਕੰਢੇ ਸੜਨੇ। ਬਿਲਕੁਲ ਇਹੋ ਹਿਸਾਬ ਸਾਡਾ ਵਾ। ਪਰ ਜਦੋਂ ਅਸੀਂ ਸੋਚਦੇ ਹਾਂ, ਹੁਣ ਅਸੀਂ ਤੇ ਇਹ ਸੋਚਦੇ ਹਾਂ ਕਿ ਜ਼ਹਿਰ ਅਸੀਂ ਖਾ ਰਹੇ ਹਾਂ ਤੇ ਮਰ ਦੂਜਾ ਜਾਵੇ, ਦੂਜਾ ਕਿੱਥੋਂ ਮਰੂਗਾ? ਉਹਨੂੰ ਤਾਂ ਪਤਾ ਵੀ ਨਹੀਂ, ਅਸੀਂ ਤਾਂ ਸੋਚਦੇ ਪਏ। ਪਰ ਆਪਾਂ ਸੋਚਣਾ ਨਹੀਂ ਬਾਜ ਆਉਣ। ਪਰ ਬਾਣੀ 'ਚ ਮਨਾ ਕੀਤਾ ਇਹਨਾਂ ਚੀਜ਼ਾਂ 'ਚ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ, ਕਿਉਂਕਿ ਤੁਸੀਂ ਆਪਣੀ ਦੇਹੀ ਨੂੰ ਜਿਹੜਾ ਨਾ ਗਾਲ ਲੈਣਾ। ਦੂਜੇ ਦੀ ਜਿਹੜੀ ਆਪਾਂ ਏਦਾਂ ਦੀ એનર્ਜੀ ਲੈਂਦੇ ਆ, ਦੂਜੇ ਪ੍ਰਤੀ ਮਾੜਾ ਸੋਚਦੇ ਆ। ਹੁਣ ਦੂਜੇ ਤੋਂ ਬਦਲਾ ਲੈਣਾ, ਉਹ ਬਦਲਾ ਲੈਣਾ ਕਿ ਨਹੀਂ ਲੈਣਾ, ਦਿਨ ਰਾਤ ਆਪਾਂ ਉਸ ਚੀਜ਼ ਨੂੰ ਆਪਣੇ ਮਨ ਦੇ ਅੰਦਰ ਗ੍ਰਾਈਂਡ ਕਰਦੇ ਆ, ਰਗੜਦੇ ਆ। ਜਿੱਦਾਂ ਮਿਕਸਚਰ 'ਚ ਪਾ ਕੇ ਬੰਦਾ ਰਗੜਦਾ ਮਸਾਲੇ ਨੂੰ, ਉਸੇ ਤਰ੍ਹਾਂ ਰਗੜਦੇ ਆ। ਔਰ ਉਹਦੀ ਕੜਤਨ ਸਾਨੂੰ ਚੜ੍ਹਦੀ ਰਹਿੰਦੀ ਆ। ਉਹਦੀ ਕੜਤਨ ਦਾ ਪ੍ਰਭਾਵ ਸਾਡੇ ਬੱਚਿਆਂ ਤੇ, ਸਾਡੇ ਜੀਵਨ ਸਾਥੀ ਤੇ ਵੀ ਪੈਂਦਾ। ਤਾਂ ਕੋਸ਼ਿਸ਼ ਕਰਿਆ ਕਰੋ ਏਦਾਂ ਦੇ ਪੰਗੇ ਨਾ ਲਿਆ ਕਰੋ। ਹਾਂਜੀ ਸਾਧ ਸੰਗਤ ਜੀ, ਨਿੱਜਰ ਸਾਹਿਬ ਹੁਣ ਅੱਗੇ ਬਸ ਜੀ, ਅੱਗੇ ਫਿਰ ਟਾਈਮ ਲੱਗ ਜਾਣਾ ਹੈ। ਹਾਂ ਨਹੀਂ, ਆਪਾਂ ਇੱਥੇ ਸਮਾਪਤੀ ਕਰ ਦਈਏ। ਤੇ ਬਸ ਸਾਧ ਸੰਗਤ ਜੀ ਇੱਥੇ ਹੀ ਆ, 2-4 ਗੱਲਾਂ ਧਿਆਨ ਦਿਆ ਕਰੋ। ਤੇ ਕੋਈ ਵੀ ਚੀਜ਼ ਫਰੀ ਤੇ ਨਹੀਂ ਮਿਲਣੀ। ਬੰਦਗੀ ਵੀ ਜਿਹੜੀ ਆ ਉਹਦੀ ਕੀਮਤ ਆ, ਪਰਮਾਤਮਾ ਦੀ ਕੀਮਤ ਆ ਭਗਤੀ। ਕਿਉਂਕਿ ਉਹ ਕਹਿੰਦਾ ਕਿ ਕੁਛ ਕੀਤਾ ਜਾਵੇ ਔਰ ਸਰੀਰ ਦੇ ਲੈਵਲ ਤੇ ਕੀਤਾ ਜਾਵੇ ਨਿੱਜਰ ਸਾਹਿਬ। ਔਰ ਗੋਰਖੀ ਸਾਹਿਬ, ਭਗਤੀ ਐਸੀ ਚੀਜ਼ ਹੈਗੀ ਕਿ ਇਹਨੇ ਆਪਣੀਆਂ ਸਾਰੀਆਂ ਬਿਰਤੀਆਂ ਜਿਹੜੀਆਂ ਹੈਗੀਆਂ ਨੈਗੇਟਿਵਿਟੀ ਦੀਆਂ, ਸਾਰੀਆਂ ਦੀਆਂ ਸਾਰੀਆਂ ਇਹਨੇ ਆਪ ਆਟੋਮੈਟਿਕਲੀ ਆਪਣੇ ਆਪ ਇਹਨੇ ਕੰਟਰੋਲ ਕਰ ਲੈਣਾ ਉਹਨਾਂ ਦੇ ਉੱਤੇ। ਹਾਂ, ਇਹ ਸਾਧ ਸੰਗਤ ਜੀ ਪਤਾ ਕੀ ਹੈ, ਕੰਮ ਕੋਈ ਔਖਾ ਨਹੀਂ ਹੈਗਾ, ਬੜਾ ਸੌਖਾ ਜਿਹਾ ਕੰਮ ਹੈ। ਜਦੋਂ ਵੀ ਅਸੀਂ ਆਪਣੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੋਂ ਅੱਗੇ ਚੱਲ ਜਾਂਦੇ ਹਾਂ ਤੇ ਅੱਗੇ ਹੈਗੀ ਆਤਮਾ। ਜਿੱਥੇ ਤੱਕ ਫੁਰਨੇ ਹੈਗੇ ਉੱਥੇ ਤੱਕ ਮਨ ਹੈਗਾ ਜੀ, ਵਿਚਾਰ ਹੈਗੇ, ਮਨ ਹੈਗਾ। ਜਦੋਂ ਵਿਚਾਰ ਚੱਲ ਜਾਂਦੇ ਆ ਨਾ ਤਾਂ ਫਿਰ ਕਬੀਰ ਜੀ ਕਹਿੰਦੇ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਹੁਣ ਜਦੋਂ
ਮੈਂ ਜਿਹੜਾ ਮੇਰੀ ਹੋਂਦ ਆ, ਜਾਂ ਤੇ ਮੈਂ ਬੋਲਣ ਵਾਲਾ ਵਾਂ ਜਾਂ ਮੈਂ ਵਿਚਾਰ ਕਰਨ ਵਾਲਾ ਵਾਂ। ਹੁਣ ਸੁਖਾਪਤੀ ਅਵਸਥਾ ਦੇ ਵਿੱਚ ਜਿੱਥੇ ਆਪਾਂ ਜਾਂਦੇ ਆ ਨਾ, ਉੱਥੇ ਮੈਂ ਨਹੀਂ ਜੋ ਹੈਗਾ, ਪਰ ਬ੍ਰਹਮ ਹੈਗਾ। ਪਰ ਬ੍ਰਹਮ ਤੇ ਹੈਗਾ, ਪਰ ਮੈਂ ਬੇਹੋਸ਼ ਆ, ਮੈਨੂੰ ਹੋਸ਼ ਨਹੀਂ ਹੈਗੀ। ਇਸ ਕਰਕੇ ਉਸ ਅਵਸਥਾ 'ਚ ਮੈਨੂੰ ਕੇਵਲ ਸੁੱਖ ਦੀ ਪ੍ਰਾਪਤੀ ਹੁੰਦੀ ਆ। ਨੀਂਦ ਤੋਂ ਬਾਅਦ ਸਾਨੂੰ ਕੀ ਮਿਲਦਾ? ਸੁੱਖ ਹੀ ਤੇ ਮਿਲਦਾ। ਬੱਚਿਆਂ ਤੁਹਾਨੂੰ ਕੁਝ ਮਿਲਦਾ? ਬਸ ਉਹ ਸੁੱਖ ਮਿਲਦਾ, ਕਿਉਂਕਿ ਅਸੀਂ ਬੇਹੋਸ਼ੀ ਦੇ ਵਿੱਚ ਆਤਮਾ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ। ਉਹ ਆਤਮਾ ਕੀ ਕਰਦੀ? ਸਾਨੂੰ ਇੱਕਦਮ ਸਾਫ਼ ਸੁਥਰਾ ਕਰ ਦਿੰਦੀ। ਜਿੱਦਾਂ ਇੱਕ ਮਾਂ ਕੋ ਬੱਚਾ ਜਾਂਦਾ ਸਕੂਲੇ ਲਿਬੜ ਤਿਬੜ ਕੇ, ਉਹਦੇ ਕੱਪੜੇ ਬਦਲ ਦਿੰਦੀ ਆ, ਉਹਦੇ ਕੱਪੜੇ ਧੋ ਦਿੰਦੀ ਆ, ਉਹਨੂੰ ਸਾਫ਼ ਸੁਥਰੇ ਕੱਪੜੇ ਪਾ ਦਿੰਦੀ ਹੈ। ਇਸੇ ਹੀ ਤਰ੍ਹਾਂ ਹਰ ਰਾਤ ਨੂੰ ਆਪਾਂ ਜਾਂਦੇ ਆਪਣੀ ਅੱਗੇ ਆਪਾਂ ਇਸ਼ਨਾਨ ਕਰਦੇ ਹਾਂ। ਆਪਣੀ ਮਤਲਬ ਆਤਮਾ ਕਹਿ ਲਓ ਕਿ ਇਹ ਸਾਰੀ ਆਤਮਾ ਸਾਡੀ ਹੀ ਤੇ ਹੈ, ਕੋਈ ਵੱਖਰੀ ਥੋੜੀ ਆਤਮਾ। ਇੱਕ ਬ੍ਰਹਮ ਇੱਕ ਹੀ ਆ, ਔਰ ਬ੍ਰਹਮ ਦੇ ਅੰਦਰ ਹੀ ਆ ਸਾਰਾ ਕੁਝ। ਤੇ ਇਹਦੇ ਵਿੱਚ ਫਿਰ ਅਸੀਂ ਰਾਤ ਨੂੰ ਜਾ ਕੇ ਉੱਥੇ ਇਸ਼ਨਾਨ ਕਰਦੇ ਹਾਂ, ਸਾਡੀ ਮਲੀਨਤਾ ਥੋੜੀ ਸਾਫ਼ ਹੋ ਜਾਂਦੀ ਹੈ। ਹੁਣ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ, ਤੁਸੀਂ ਆਪਣਾ ਚਿੱਤ ਵੇਖੋ, ਤੁਹਾਡਾ ਚਿੱਤ ਇੱਕਦਮ ਨਿਰਮਲ ਹੁੰਦਾ। ਪਰ ਆਪਾਂ ਕੀ ਕਰਦੇ ਆ, ਪਿਓ ਦੇ ਪੁੱਤ 10-15 ਮਿੰਟਾਂ ਦੇ ਅੰਦਰ ਅੰਦਰ ਨਾ ਉਹ ਜੋ ਪੁਰਾਣਾ ਡਾਟਾ ਹੁੰਦਾ ਨਾ, ਜਿਹੜਾ ਬਲੈਕ ਬੋਰਡ ਸਾਫ਼ ਕੀਤਾ ਹੁੰਦਾ, ਆਪਾਂ ਉੱਥੇ ਫਿਰ ਚੀਜ਼ਾਂ ਲਿਖ ਦਿੰਦੇ ਆ, ਮਾੜੀਆਂ ਚੀਜ਼ਾਂ। ਮੁੜ ਕੇ ਸਾਰਾ ਦਿਨ ਆਪਾਂ ਉਹਨਾਂ ਨੂੰ ਵੇਖਦੇ ਰਹਿੰਦੇ ਆ, ਉਹਨਾਂ ਬਾਰੇ ਆਪਾਂ ਚਿੰਤਨ ਕਰਦੇ ਆ। ਔਰ ਸਾਡੇ ਜੀਵਨ 'ਚ ਦੁੱਖਾਂ ਦਾ ਕਾਰਨ ਹੀ ਕੇਵਲ ਉਹ ਹੈ ਜੋ ਅਸੀਂ ਆਪ ਜਾਣ ਬੁੱਝ ਕੇ ਲਿਖ ਰਹੇ ਹਾਂ। ਗੱਲਾਂ ਬਹੁਤ ਸਮਾਂ ਪਹਿਲਾਂ ਬੀਤੀਆਂ ਸੀ ਤੇ ਉਹਨਾਂ ਨੂੰ ਆਪਾਂ ਛੱਡਣਾ ਨਹੀਂ ਚਾਹੁੰਦੇ। ਜਿਵੇਂ ਜਿਵੇਂ ਤੁਸੀਂ ਉਹਨਾਂ ਚੀਜ਼ਾਂ ਤੋਂ ਆਪਣੀ ਸੁਰਤੀ ਨੂੰ ਮੁਕਤ ਕੀਤਾ ਨਾ, ਤੁਹਾਡੀ ਚੇਤਨਾ ਜਿਹੜੀ ਵਰਤਮਾਨ ਕਾਲ 'ਚ ਆ ਜਾਣੀ। ਔਰ ਜਦੋਂ ਤੁਹਾਡਾ ਧਿਆਨ ਹੀ ਵਰਤਮਾਨ ਕਾਲ 'ਚ ਆ ਗਿਆ, ਫਿਰ ਕਿਹੜੀ ਚਿੰਤਾ ਤੇ ਕਿਹੜੀ ਪਰੇਸ਼ਾਨੀ। ਫਿਰ ਤੇ ਜੋ ਜੀਵਨ 'ਚ ਸਾਡੇ ਹੱਥ 'ਚ ਹੈਗਾ, ਅਸੀਂ ਉਹਨੂੰ ਚੰਗੀ ਤਰ੍ਹਾਂ ਖੇਡਾਂਗੇ। ਹੁਣ ਦੇਖੋ, ਖਿਡਾਰੀ, ਕ੍ਰਿਕਟ ਦਾ ਖਿਡਾਰੀ ਜੇਕਰ ਇਹ ਸੋਚਦਾ ਨਾ ਕਿ ਮੈਂ ਆਖਰ 'ਚ ਜਾ ਕੇ ਸਕੋਰ ਬਣਾਊਂਗਾ, ਤੇ ਗੱਲ ਨਹੀਂ ਬਣਨੀ। ਉਹਨੂੰ ਪਹਿਲੇ ਰਨ ਤੋਂ ਹੀ, ਪਹਿਲੀ ਗੇਂਦ ਤੋਂ ਹੀ ਉਹਨੂੰ ਚੰਗੇ ਰਨ ਲੈਣੇ ਪੈਣਗੇ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ। ਇਹ ਨਹੀਂ ਹੁੰਦਾ ਕਿ ਜੀਵਨ 'ਚ ਆਪਾਂ ਹੁਣ ਸਾਰੀ ਜ਼ਿੰਦਗੀ ਆਪਾਂ ਏਦਾਂ ਘੁੰਮੀ ਜਾਈਏ ਤੇ ਮੁੜ ਕੇ ਕਹੀਏ ਆਖਰ ਜਾ ਕੇ ਰੱਬ ਦਾ ਨਾਂ ਲੈਣਾ ਸ਼ੁਰੂ ਕਰ ਦਈਏ। ਚਲੋ ਉਹ ਵੀ ਲੈ ਸਕਦੇ ਆ, ਕੋਈ ਮਾੜੀ ਚੀਜ਼ ਨਹੀਂ ਹੈ ਮੈਂ ਕਹਿੰਦਾ, ਪਰ ਕਿਉਂ ਨਾ ਆਪਾਂ ਸ਼ੁਰੂਆਤ ਹੀ ਚੰਗੇ ਟਾਈਮ ਤੋਂ ਕੀਤੀ ਜਾਵੇ। ਫਿਰ ਗੇਮ ਨੂੰ ਕੰਪਲੀਟ ਕਰਨਾ ਆਸਾਨ ਹੁੰਦਾ ਹੈ। ਜਿਵੇਂ ਜਿਵੇਂ ਸਮਾਂ ਘਟਦਾ ਜਾਂਦਾ, ਤਿਵੇਂ ਤਿਵੇਂ ਫਿਰ ਪ੍ਰੈਸ਼ਰ ਵੱਧਦਾ ਬੰਦੇ ਤੇ। ਜਿੱਦਾਂ ਸੰਸਾਰ ਦੀ ਗੇਮ ਹੈਗੀ ਆ, ਕੋਈ ਖੇਡ ਖੇਡਦੇ ਆ, ਉੱਥੇ ਪ੍ਰੈਸ਼ਰ ਵੱਧਦਾ ਵਾ। ਉਸੇ ਹੀ ਤਰ੍ਹਾਂ ਜਿਹੜੀ ਬੰਦਗੀ ਦੀ ਗੇਮ ਆ, ਉੱਥੇ ਵੀ ਪ੍ਰੈਸ਼ਰ ਵੱਧਦਾ ਬੰਦੇ। ਫਿਰ ਬੰਦਾ ਸੋਚਦਾ ਛੇਤੀ ਛੇਤੀ ਕੰਮ ਹੋ ਜੇ, ਪਰ ਆਪ ਜੀ ਸੋਚੋ ਕਿੰਨੇ ਸਾਲਾਂ ਦਾ ਜਿਹੜਾ ਚਿੱਤ ਅੰਦਰ ਹੀ ਬਣਾ ਲਿਆ ਹੈ, ਅਵਗੁਣ ਚ ਪਾਏ ਨੇ, ਤੇ ਫਿਰ ਉਹਨਾਂ ਦਾ ਅਸਰ ਵੀ ਤੇ ਇੱਕਦਮ ਨਹੀਂ ਨਾ ਖਤਮ ਹੋਣਾ। ਹੁਣ ਛੋਟੀ ਮੋਟੀ ਬਿਮਾਰੀ ਹੋਵੇ, ਤੁਸੀਂ ਥੋੜੀ ਜਿਹੀ ਦਵਾਈ ਖਾਓਗੇ ਤੇ ਠੀਕ ਹੋ ਜਾਓਗੇ। ਜਦੋਂ ਸਰੀਰ 'ਚ ਵੱਡੀ ਬਿਮਾਰੀ ਪੈਦਾ ਹੋ ਜਾਂਦੀ ਹੈ ਨਾ, ਉਹਦਾ ਇਲਾਜ ਵੀ ਵੱਡਾ ਹੀ ਹੁੰਦਾ ਜੀ। ਇਸੇ ਲਈ ਕੋਈ ਵੀ ਚੀਜ਼ ਆ, ਉਹ ਥੋੜੀ ਡੈਮੇਜ ਹੈ ਤੇ ਛੇਤੀ ਰਿਪੇਅਰ ਕਰ ਸਕਦੇ। ਹੁਣ ਘਰ ਹੀ ਆ, ਵੇਖ ਲਓ, ਥੋੜਾ ਬਹੁਤਾ ਖਰਾਬ ਹੋਵੇ ਤੇ ਆਪਾਂ 2-4 ਰੁਪਇਆ 5,000 ਰੁਪਇਆ ਲਾ ਕੇ ਥੋੜੀ ਥੋੜੀ ਮੁਰੰਮਤ ਕਰੀ ਜਾਂਦੇ ਆ। ਪਰ ਜੇ 15-16 ਸਾਲ ਆਪਾਂ ਮੁਰੰਮਤ ਕਰਾਈਏ ਹੀ ਨਾ, ਫਿਰ ਘਰ ਵੀ ਖੰਡਰ ਹੀ ਬਣ ਜਾਂਦਾ। ਫਿਰ ਬੜਾ ਪੈਸਾ ਲੱਗਦਾ, ਫਿਰ ਸਾਨੂੰ ਡਰ ਆਉਂਦਾ ਇੰਨਾ ਪੈਸਾ ਕਿੱਥੋਂ ਆਊਗਾ, ਕਿਉਂਕਿ ਸਾਰਾ ਕੁਝ ਤੇ ਟੁੱਟ ਗਿਆ ਹੁਣ। ਤੇ ਉਦੋਂ ਦੀ ਮੇਨਟੇਨੈਂਸ ਕਰਨੀ ਬੜੀ ਔਖੀ ਹੋਈ ਹੈ। ਇਸੇ ਤਰ੍ਹਾਂ ਜੀਵਨ ਨੂੰ ਨਾਲੋਂ ਨਾਲ ਫਿਕਸ ਕਰੋ, ਇੱਕੋ ਦਮ ਨਹੀਂ ਜੇ ਤੁਹਾਡੇ ਤੋਂ ਮੁੜ ਕੇ ਆਉਣ। ਓਕੇ ਨਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਵੀਰ ਜੀ, ਇੱਕ ਅਰਦਾਸ ਕਰਨੀ ਹੈ। ਮੰਮੀ ਨਾਲ ਡਿੱਗ ਕੇ ਪਸਲੀਆਂ ਟੁੱਟ ਗਈਆਂ, ਉਹਨਾਂ ਦੀਆਂ ਬੇਹੋਸ਼ੀ ਵਿੱਚ ਨੇ, ਤੇ ਥੋੜੇ ਉਹਨਾਂ ਨੂੰ ਸੁੱਤ ਆ ਜੇ। ਠੀਕ ਹੈ।